ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਧਰਮ ਧਰਮ ਧਾਰਣੈ ਨਿਰਧਨੰ ਤਨ ਨਾਮ ਨਰ ਹਰੈ। ਅਨਾਥ ਨਾਥ ਗੋਬਿੰਦੈ ਬਲਹੀਣ ਬਲ ਕੇਸਵੈ। ਸਰਬ ਭੂਤ ਦਇਆਲ ਅਚੁੱਤ ਦੀਨ ਬੰਧ ਦਾਮੋਦਰੈ। ਸਰਵਗਿਆ ਪੂਰਨ ਪੁਰਖ ਭਗਵਾਨੈ ਭਗਤ ਬਛਲ ਕਰਣਾ ਮਯੈ। ਕਟ ਕਟ ਬਸੰਤ ਵਾਸ ਦੇਵੈ ਪਾਰ ਬ੍ਰਹਮ ਪਰਮੇਸ਼ਰੈ। ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣੈ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਜਨੋ ਸਾਰੀ ਸਾਧ ਸੰਗਤ ਜੀਓ, ਗੁਰੂ ਕੀ ਸੰਗਤ, ਗੁਰੂ ਕਾ ਖਾਲਸਾ ਜੀਓ। ਆ ਧਰਮ ਨਿਆਸਰਿਆਂ ਦਾ ਆਸਰਾ। ਧਰ ਹੁੰਦੀ ਹੈ ਆਸਰਾ, ਟੇਕ। ਜਿਹਦਾ ਕੋਈ ਵੀ ਆਸਰਾ ਨਹੀਂ ਉਹਦਾ ਤੂੰ ਆਸਰਾ ਹੈ। ਅਨਾਥਾਂ ਦਾ ਤੂੰ ਨਾਥ ਹੈ। ਨਿਰਧਨਾਂ ਦਾ ਜਿਹਦੇ ਕੋਲ ਕੋਈ ਧਨ ਨਹੀਂ ਹੈ ਉਹਦਾ ਤੂੰ ਧਨ ਹੈ। ਨਾਮ ਨਰ ਹਰਿ, ਤੇਰਾ ਨਾਮ ਹੈ ਹਰੀ। ਉਹਨਾਂ ਸਾਰਿਆਂ ਦਾ ਵਾਸਤੇ ਆਸਰਾ ਹੈ। ਅਨਾਥਾਂ ਖਾਤਰ ਵੀ, ਨਿਰਧਨਾਂ ਖਾਤਰ ਵੀ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ। ਆ ਧਰਮ ਉਹਨਾਂ ਦੀ ਵੀ ਧਰ ਤੂੰ ਹੀ। ਅਨਾਥ ਨਾਥ ਗੋਬਿੰਦੈ ਬਲਹੀਣ ਬਲ ਕੇਸਵੈ। ਅਨਾਥਾਂ ਦਾ ਨਾਥ ਹੈ, ਸੁਆਮੀ ਹੈ। ਬਲਹੀਣਾਂ ਦਾ ਬਲ ਹੈ। ਹੇ ਕੇਸਵ, ਕੇਸਵ ਮੀਨਸ ਕੇਸਾਂ ਵਾਲਾ। ਕ੍ਰਿਸ਼ਨ ਜੀ ਤੋਂ ਮੁਰਾਦ ਹੈ, ਉਹ ਗੁੱਟਾ ਰੱਖਦੇ ਸੀ ਸਿਰ ਦੇ ਉੱਤੇ। ਕੇਸੋ ਵੀ ਕਿਹਾ ਜਾਂਦਾ ਇਸ ਸ਼ਬਦ ਨੂੰ। ਸਰਬ ਭੂਤ ਦਇਆਲ ਅਚੁੱਤ ਦੀਨ ਬੰਧ ਦਾਮੋਦਰ। ਭੂਤ ਉਹਨੇ ਜੀਵ ਸੰਸਕ੍ਰਿਤ ਵਿੱਚ। ਸਾਰਿਆਂ ਜੀਵਾਂ ਦੇ ਪ੍ਰਤੀ ਤੂੰ ਦਿਆਲੂ ਹੈ, ਦਿਆਲਤਾ ਭਾਵ ਰੱਖਦਾ ਹੈ, ਅਵਿਨਾਸ਼ੀ ਹੈ। ਦੀਨਾਂ ਦਾ ਬਾਂਧਵ ਹੈ, ਯਾਨੀ ਐਂ ਕਹਿ ਲਓ ਵੀ ਰਿਸ਼ਤੇਦਾਰ ਹੈ। ਦਾਮੋਦਰ ਪਰਮਾਤਮਾ ਖਾਤਰ ਆਉਂਦਾ। ਸਾਧ ਸੰਗਤ ਜੀ, ਉਹ ਕਿੱਥੋਂ ਨਿਕਲਿਆ ਸ਼ਬਦ? ਦਾਮ ਉਦਰ। ਉਦਰ ਹੁੰਦਾ ਪੇਟ, ਦਾਮ ਹੁੰਦੀ ਹੈ ਰੱਸੀ। ਕ੍ਰਿਸ਼ਨ ਜੀ ਦੇ ਛੋਟੇ ਜਿਹੇ ਜਦੋਂ ਸੀਗੇ ਉਹ ਬਾਲ ਰੂਪ ਚ, ਉਹਨਾਂ ਦੇ ਨਾ ਲੱਕ ਦੇ ਆਲੇ ਦੁਆਲੇ ਇੱਕ ਧਾਗਾ ਬੰਨਿਆ ਵਾ ਹੁੰਦਾ ਸੀ, ਜਿਹਦੇ ਵਿੱਚ ਫਿਰ ਘੁੰਗਰੂ ਵੀ ਲੱਗਿਆ ਵਾ ਹੁੰਦਾ। ਜਦੋਂ ਉਹ ਨੱਠਦੇ ਭੱਜਦੇ ਸੀ ਤਾਂ ਉਹ ਘੁੰਗਰੂ ਦੀ ਛਣਕਾਰ ਸੁਣਦੀ ਹੁੰਦੀ। ਤੜਾਗੀ ਕਹਿੰਦੇ ਉਹਨੂੰ। ਉਹ ਜਿਹੜਾ ਦਮੋਦਰ ਸ਼ਬਦ ਹੈ ਇਹ ਉੱਥੋਂ ਆਇਆ, ਕਿਉਂਕਿ ਬਹੁਤ ਸਾਰੇ ਸ਼ਬਦ ਕ੍ਰਿਸ਼ਨ ਜੀ ਦੇ ਨਾਲ ਰਿਲੇਟਡ ਹੈ ਗੁਰਬਾਣੀ 'ਚ। ਉਹ ਪਰਮਾਤਮਾ ਦੇ ਸੰਦਰਭ ਵਿੱਚ ਵਰਤੇ ਗੁਰੂ ਮਹਾਰਾਜ ਨੇ ਵੀ ਹੇ ਦੀਨ ਬੰਧਵ ਦਮੋਦਰ, ਤੂੰ ਸਾਰਿਆਂ ਜੀਵਾਂ ਦੇ ਉੱਤੇ ਦਿਆਲੂ ਹੈ, ਅਵਿਨਾਸ਼ੀ ਹੈ। ਸਰਵਗਿਆ ਪੂਰਨ ਪੁਰਖ ਭਗਵਾਨ ਹੈ। ਤੂੰ ਸਰਵੱਗ ਹੈ, ਪੂਰਨ ਹੈ, ਪਰਿਪੂਰਨ। ਭਗਵਾਨ ਜੀਓ ਭਗਤ ਬਛਲ ਕਰਣਾ ਮੈਂ। ਭਗਤਾਂ ਦਾ ਬਛਲ ਹੈ, ਪਿਆਰਾ ਹੈ। ਭਗਤੀ ਕਰਨ ਵਾਲਿਆਂ ਦਾ ਤੂੰ ਪਿਆਰਾ ਹੈ। ਔਰ ਕਰੁਣਾ ਮੈਂ। ਕਰੁਣਾ ਹੁੰਦੀ ਹੈ ਕਾਇੰਡਨੈਸ, ਕਿਸੇ ਪਰ ਦਇਆ ਕਰਨੀ। ਇਹ ਮਯਾ ਸ਼ਬਦ ਸਾਧ ਸੰਗਤ ਜੀ ਉੱਥੇ ਵੀ ਆਉਂਦਾ ਹੈ, ਜਿੱਥੇ ਆਪਾਂ 16 ਸਾਹਿਬ ਪੜ੍ਹਦੇ ਹੁੰਦੇ। ਗਗਨਮੈ ਥਾਲ ਰਵ ਚੰਦ ਦੀਪਕ ਬਣੇ। ਉਹ ਮਯਾ ਸ਼ਬਦ ਹੈ ਜਿਹੜਾ, ਉੱਥੇ ਤਾਂ ਮੈਂ ਲਿਖਿਆ ਹੋਇਆ। ਮਯਾ ਅਸਲ ਵਿੱਚ ਇਹ ਸੰਸਕ੍ਰਿਤ ਵਿੱਚ, ਸੰਸਕ੍ਰਿਤੀ ਗਗਨਮੈ, ਕਰੁਣਾਮੈ, ਕਰੁਣਾ ਦਾ ਰੂਪ। ਘਟ ਘਟ ਬਸੰਤ ਵਾਸ ਦੇਵੈ ਪਾਰ ਬ੍ਰਹਮ ਪਰਮੇਸ਼ਰ।
ਤੂੰ ਹਰ ਇੱਕ ਹਿਰਦੇ ਦੇ ਵਿੱਚ ਵਸਦਾ ਹੈ ਵਾਸਦੇਵ ਜੀਓ, ਪਾਰ ਬ੍ਰਹਮ ਪਰਮੇਸ਼ਰ ਜੀਓ। ਜਾਚੰਤ ਨਾਨਕ ਕਿਰਪਾਲ ਪ੍ਰਸਾਦੰ। ਗੁਰੂ ਨਾਨਕ ਪਾਤਸ਼ਾਹ ਅਜਿਹੇ ਕਿਰਪਾਲੂ ਤੋਂ ਉਹਦੀ ਕਿਰਪਾ ਦੀ ਜਾਚਨਾ ਕਰਦੇ। ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ, ਮੈਨੂੰ ਕਦੇ ਨਾ ਭੁੱਲੇ, ਕਦੇ ਨਾ ਭੁੱਲੇ, ਕਦੇ ਨਾ ਭੁੱਲੇ ਹੇ ਨਾਰਾਇਣ, ਤੇਰਾ ਨਾਮ ਯਾਦ ਰਹੇ, ਵਿਸਰੇ ਨਾ ਮੈਨੂੰ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮ। ਨਾ ਮੇਰੇ 'ਚ ਸਮਰੱਥਾ ਹੈ, ਨਾ ਮੈਂ ਸੇਵਕ ਹੀ ਹਾਂ, ਨਾ ਮੈਨੂੰ ਪ੍ਰੀਤ ਕਰਨੀ ਆਉਂਦੀ ਹੈ। ਹੇ ਪਰਮ ਪੁਰਖੋਤਮ ਪਰਮਾਤਮਾ ਜੀਓ, ਵਾਹਿਗੁਰੂ ਜੀਓ, ਮੇਰੇ ਪੱਲੇ ਕੁਛ ਵੀ ਨਹੀਂ ਹੈ। ਦੇਖੋ ਨਿਰਮਾਣਤਾ ਦੀ ਹੱਦ। ਤਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਤੇਰੀ ਕਿਰਪਾ ਦੇ ਨਾਲ ਮੈਂ ਸਿਮਰਨ ਕਰਦਾ, ਤੈਨੂੰ ਯਾਦ ਕਰਦਾ, ਤੇਰਾ ਨਾਮ ਜਪਦਾ। ਹੇ ਕਿਰਪਾਲ ਹਰ ਹਰ ਗੁਰੰ। ਹੇ ਕਿਰਪਾ ਦੇ ਸਿੰਧ ਜੀਓ, ਕਿਰਪਾ ਦੇ ਸਮੁੰਦਰ ਜੀਓ, ਜਿਹਦੇ ਵਿੱਚ ਦੋਵੇਂ ਹਰ ਹਰ ਵੀ ਤੇ ਗੁਰ ਗੁਰ ਵੀ ਕਰਨਾ। ਹਰ ਹਰ ਗੁਰ ਗੁਰ ਕਰਤਾ ਰੇ। ਹਰੀ ਔਰ ਗੁਰੂ ਇਹ ਇਕੱਠੇ ਸ਼ਬਦ ਆਉਂਦੇ ਬਹੁਤ ਜਗ੍ਹਾ, ਕਿਉਂਕਿ ਦੋਨੋਂ ਇੱਕ ਦੂਏ ਨਾਲ ਜੁੜੇ ਹੋਏ, ਵੱਖ ਨਹੀਂ ਹੈ, ਇੱਕੋ ਰੂਪ ਹੈ। ਕਈ ਵਾਰ ਦਾਸਰੇ ਨੂੰ ਐਸੇ ਸਵਾਲ ਵੀ ਪੁੱਛੇ ਗਏ ਸੰਗਤ ਚੋਂ, ਜਿਹਦਾ ਪਿੱਛੇ ਕਿਸੇ ਨਾ ਕਿਸੇ ਜਗ੍ਹਾ ਜਵਾਬ ਵੀ ਦਿੱਤਾ ਹੋਇਆ। ਕੋਈ ਕਹਿੰਦਾ ਜੀ ਵੀ ਗੁਰੂ ਗੁਰੂ ਕਰਨਾ ਹੈ ਕਿ ਹਰ ਹਰ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਭਾਈ ਇਹ ਦੋ ਅਲੱਗ ਨਹੀਂ ਹੈ, ਬਲਕਿ ਸਾਡੇ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਸੀ ਉਹ ਤਾਂ ਗੁਰੂ ਗੁਰੂ ਹੀ ਕਿਹਾ ਕਰਦੇ ਸੀ। ਗੁਰੂ ਗੁਰੂ ਜਪੋ ਭਾਈ ਸਾਊ, ਗੁਰੂ ਗੁਰੂ ਜਪੋ, ਇਹ ਦੋ ਹੈ ਹੀ ਨਹੀਂ ਹੈ। ਗੁਰੂ ਨਾਲ ਪਰਮਾਤਮਾ ਹੈ, ਪਰਮਾਤਮਾ ਨਾਲ ਗੁਰੂ ਹੈ, ਦੋਵੇਂ ਇੱਕ ਦੂਜੇ ਦੇ ਪੂਰਕ ਹੈ। ਪੂਰੇ ਗੁਰੂ ਦੀ ਗੱਲ ਹੋ ਰਹੀ ਹੈ ਇੱਥੇ, ਅਧੂਰੇ ਅਨਾੜੀ ਗੁਰੂਆਂ ਦੀ ਗੱਲ ਨਹੀਂ ਹੈ। ਜਿਹੜੇ ਸੋ ਕਾਲਡ ਗੁਰੂ ਬਣੇ ਹੋਏ ਆ ਉਹ ਨਹੀਂ, ਪੂਰਾ ਗੁਰੂ। ਤੋ ਗੁਰੂ ਔਰ ਪਰਮਾਤਮਾ 'ਚ ਕੋਈ ਭੇਦ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਕੋਈ ਗੁਰੂ ਗੁਰੂ ਕਰਦਾ ਹੈ, ਮੁਬਾਰਕ, ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਮੁਬਾਰਕ ਹੈ। ਇਹ ਗੱਲ ਜੁਦੀ ਹੈ ਵੀ ਸਾਨੂੰ ਪੰਜ ਪਿਆਰੇ ਸਾਹਿਬਾਨ ਵਾਹਿਗੁਰੂ ਦੇ ਵਾਸਤੇ ਸਮਝਾਉਂਦੇ ਵੀ ਵਾਹਿਗੁਰੂ ਵਾਹਿਗੁਰੂ ਕਰੋ, ਉਹਨਾਂ ਦਾ ਹੁਕਮ ਹੈ, ਉਸ ਤਰ੍ਹਾਂ ਕਰਨਾ ਚਾਹੀਦਾ। ਪਰ ਜੇ ਕੋਈ ਗੁਰੂ ਗੁਰੂ ਵੀ ਕਰਦਾ ਹੈ ਗੁਰਬਾਣੀ ਅਨੁਸਾਰ, ਉਹ ਗਲਤ ਨਹੀਂ ਹੈ। ਅਸੀਂ ਦੇਖਿਆ ਇੱਥੇ ਪੁਰਾਣੇ ਬਜ਼ੁਰਗਾਂ ਨੂੰ, ਨਸਲਪੁਰ ਵਾਲੇ ਬਾਬਾ ਜੀ ਨੂੰ, ਸਭ ਨੂੰ ਇਹੀ ਕਿਹਾ ਕਰਦੇ ਸੀ, ਉਹ ਸਭ ਗੁਰੂ ਗੁਰੂ ਜਪੋ, ਗੁਰੂ ਗੁਰੂ ਜਪੋ ਬਸ। ਉਹ ਇਹ ਕੋਈ ਅੱਲੋਕਾਰੀ ਗੱਲ ਨਹੀਂ ਹੈ ਵੀ ਕੋਈ ਗੁਰੂ ਗੁਰੂ ਕਰਦਾ ਹੈ। ਗੁਰੂ ਨਾਨਕ ਕਰਦਾ ਹੈ, ਉਹ ਵੀ ਠੀਕ ਹੈ। ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹ ਹੋਰ ਵੀ ਜ਼ਿਆਦਾ ਠੀਕ ਹੈ, ਕਿਉਂਕਿ ਪੰਜ ਪਿਆਰੇ ਸਾਹਿਬਾਨਾਂ ਦਾ ਹੁਕਮ ਵੀ ਹੈ ਗੁਰੂ ਦੇ ਰੂਪ 'ਚ, ਅਲੱਗ ਅਲੱਗ ਨਹੀਂ ਹੈ। ਜਦ ਗੁਰਬਾਣੀ ਵਾਸਦੇਵ ਕਹਿੰਦੀ ਹੈ ਪਰਮਾਤਮਾ ਨੂੰ, ਸਾਡੇ ਹਿੰਦੂ ਭਰਾ ਕਿਆ ਕਹਿੰਦੇ ਉਹ ਹੋਰ ਚੀਜ਼ ਹੈ। ਉਹ ਕ੍ਰਿਸ਼ਨ ਜੀ ਨੂੰ ਵਾਸਦੇਵ ਕਹਿੰਦੇ ਆ, ਉਹਨੂੰ ਦਮੋਦਰ ਕਹਿੰਦੇ ਆ, ਕ੍ਰਿਸ਼ਨ ਜੀ ਨੂੰ ਹੀ ਅਚੁੱਤ ਕਹਿੰਦੇ ਆ, ਪੂਰਨ ਪੁਰਖ ਕਹਿੰਦੇ ਆ, ਭਗਵਾਨ ਕਹਿੰਦੇ ਆ। ਉਹ ਉਹਨਾਂ ਦੀ ਸੋਚ ਹੈ। ਸਾਨੂੰ ਗੁਰੂ ਸਾਹਿਬ ਨੇ ਇਹ ਸਾਰੇ ਜਿਹੜੇ ਵਿਸ਼ੇਸ਼ਣ ਹੈ ਕਿਸੇ ਸਰੀਰ ਨਾਲ ਜੁੜੇ ਹੋਏ, ਇਹ ਪਰਮਾਤਮਾ ਦੇ ਰੂਪ 'ਚ ਰੂਪਮਾਨ ਕਰੇ। ਪਰਮਾਤਮਾ ਵਾਸਤੇ ਆਏ। ਕੇਸਵ ਵੀ ਤਾਂ ਕ੍ਰਿਸ਼ਨ ਜੀ ਸੀਗੇ, ਲੇਕਿਨ ਗੁਰੂ ਸਾਹਿਬ ਨੇ ਕੇਸੋ ਕੇਸੋ ਕੂਕੀਐ ਕਹੂ ਕੇ ਸੁਨੇ ਪੁਕਾਰ, ਇਹ ਸਾਰੇ ਪਰਮਾਤਮਾ ਦੇ ਖਾਤਰ ਵਰਤੇ ਗਏ। ਤੋ ਸਾਧ ਸੰਗਤ ਜੀ, ਉਹ ਵਿਚਾਰ ਤਾਂ ਇੱਥੇ ਸਮਾਪਤ ਹੈ। ਕੋਈ ਹੋਰ ਵਿਚਾਰ ਦਿਨ ਵਿੱਚ ਆਪ ਜੀ ਦੇ ਨਾਲ ਮਿਲ ਕੇ ਆਈ, ਕਿਉਂਕਿ ਸੰਗਤ ਵਿੱਚ ਜਦ ਕੋਈ ਵਿਚਾਰ ਕਰਦਾ ਤਾਂ ਉੱਥੋਂ ਕਈ ਖਿਆਲ ਉੱਠਦੇ ਹੁੰਦੇ ਸੁਣਨ ਵਾਲਿਆਂ ਦੇ, ਸਰੋਤਿਆਂ ਦੇ। ਉਹ ਖਿਆਲ ਕਈ ਦਫਾ ਦੱਸਣ ਤੋਂ ਵੀ ਰਹਿ ਜਾਂਦੇ ਆ, ਜਾਂ ਵਿੱਚੋਂ ਨਿਕਲਦੇ ਉਤਪੰਨ ਹੋਇਆ ਕਰਦੇ ਆ। ਉਹਨਾਂ ਦੀ ਵਿਚਾਰ ਫਿਰ ਕਰ ਲਾਂਗੇ। ਅੱਜ ਦੀ ਵਿਚਾਰ ਦਾ ਸਿੱਟਾ ਇਹੀ ਹੈ ਬਈ ਹੇ ਵਾਹਿਗੁਰੂ ਜੀਓ, ਤੂੰ ਹੀ ਸਭ ਕੁਛ ਹੈ, ਆਈ ਐਮ ਨਥਿੰਗ। ਜਿਵੇਂ ਸੁਕਰਾਤ ਨੇ ਕਿਹਾ ਸੀ ਨਾ, ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਵੀ ਮੈਂ ਸਭ ਕੁਝ ਜਾਣਦਾ ਹਾਂ, ਆ ਜਾਓ ਮੇਰੇ ਕੋਲੋਂ ਪੁੱਛੋ ਜਿਹਨੇ ਕੁਝ ਪੁੱਛਣਾ। ਜਦ ਛੋਟੀਆਂ ਅਵਸਥਾਵਾਂ ਸੀ ਉਹਦੀਆਂ, ਜਵਾਨੀ ਦੀ ਔਰ ਬਚਪਨੇ ਦੀ। ਜਦ ਬਜ਼ੁਰਗ ਹੋ ਗਿਆ, ਫਿਰ ਕਿਸੇ ਨੇ ਪੁੱਛਿਆ ਵੀ ਤੁਸੀਂ ਤਾਂ ਜੀ ਬਹੁਤ ਬੜੇ ਗਿਆਨੀ ਹੈ, ਤੁਹਾਨੂੰ ਬਹੁਤ ਗਿਆਨ ਹੈ। ਤਾਂ ਸੁਕਰਾਤ ਦਾ ਜਵਾਬ ਇਹ ਸੀ ਵੀ ਆਲ ਆਈ ਨੋ ਇਜ਼ ਦੈਟ ਆਈ ਨੋ ਨਥਿੰਗ। ਮੈਂ ਜੋ ਕੁਝ ਜਾਣਦਾ ਉਹ ਇਹ ਹੈ ਵੀ ਮੈਂ ਕੁਛ ਵੀ ਨਹੀਂ ਜਾਣਦਾ, ਗਾਂ ਬਹੁਤ ਕੁਛ ਹੈ। ਕਿਉਂਕਿ ਉਹ ਸਰਵੱਗ ਦੇ ਬਾਰੇ 'ਚ ਕੁਛ ਜਾਣ ਲੈਣਾ ਬੜਾ ਮੁਸ਼ਕਿਲ ਹੈ। ਥੋੜਾ ਬਹੁਤਾ ਜਾਣ ਸਕਦਾ ਬੰਦਾ, ਪੂਰਾ ਨਹੀਂ, ਭੇਦ ਹੋ ਸਕਦਾ ਉਹਦੇ ਵਿੱਚ।
तो गुरु साहब यही कह रहे हैं, फरमा रहे हैं भी मैनू तो ऐ भी नहीं पता भी मैं तेरा सेवक है, मैनू तो ये भी नहीं जांच भी मैं तेरे नाल प्रीत करदा है, मेरे च कोई बल नहीं, मेरी कोई समर्था नहीं, कोई ताकत नहीं भी मैं तेरा नाम जप लवां, बस किरपा कर दे। ਇੱਥੇ खड़ी है गुरबाणी। ਇਹਦੇ ਵਿੱਚ ਫਿਰ ਮੈਂ ਦਾ ਅਭਾਵ ਹੋ ਜਾਂਦਾ ਹੈ, ਤੂੰ ਆ ਕੇ ਅੰਦਰ ਵਸ ਜਾਂਦਾ ਹੈ। ਜਿੱਥੇ ਤੂੰ ਹੋ ਗਿਆ ਤਾਂ ਫਿਰ ਪਰਮਾਤਮਾ ਦਾ ਰੂਪ ਬੰਦਾ ਬਣ ਜਾਂਦਾ ਹੈ। ਪਰਮਾਤਮਾ ਦੇ ਰੂਪ ਕਈ ਵਾਰ ਵਿਚਾਰ ਕਰ ਲਈ ਬਈ ਜਿਹੜਾ ਵੀ ਕੋਈ ਸਿੱਖ ਹੈ ਜਾਂ ਕੋਈ ਵੀ ਬੰਦਾ ਜਿਹੜਾ ਪਰਮਾਤਮਾ ਦੇ ਨਾਲ ਜੁੜ ਕੇ ਅੰਦਰ ਨਾਮ ਗੁਰੂ ਨੇ ਉਹਨੂੰ ਦੇਤਾ, ਉਹ ਪਰਮਾਤਮਾ ਵਰਗਾ ਹੀ ਹੋ ਜਾਂਦਾ ਭਾਈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਉਹਨਾਂ ਦੀ ਤਾਂ ਫਿਰ ਗਤੀ ਸਮਝ ਨਹੀਂ ਆਉਂਦੀ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਸਾਧ ਕੀ ਸੋਭਾ ਸਾਧ ਬਨਾਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਫੇਰ ਨਹੀਂ ਸਮਝ ਆਉਂਦੀ ਵੀ ਇਹ ਕਿਆ ਹੈ। ਦੁਨੀਆਦਾਰਾਂ ਨੇ ਆਪਣੀ ਬੁੱਧੀ ਨਾਲ ਪਰਖਣਾ ਉਹਨੂੰ, ਉਹਦੇ ਬਾਹਰ ਦੇ ਐਕਸ਼ਨ ਦੇਖਣੇ ਹੈ। ਬ੍ਰਹਮ ਗਿਆਨੀ ਨੇ ਉਹਦੇ ਅੰਦਰ ਤੋਂ ਦੇਖਣਾ, ਝਾਕਣਾ। ਉਹੀ ਦੇਖ ਸਕਦਾ, ਸਾਧ ਹੀ ਸਾਧ ਨੂੰ ਦੇਖ ਸਕਦਾ। ਦੂਜਿਆਂ ਦੀ ਤਾਂ ਗੱਲਾਂ ਹੁੰਦੀਆਂ, ਉਹ ਸਹੀ ਵੀ ਹੋ ਸਕਦੀਆਂ, ਗਲਤ ਵੀ ਹੋ ਸਕਦੀਆਂ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਅੰਦਰ ਕਿਆ ਹੋ ਰਿਹਾ। ਉਹ ਬਾਹਰ ਦਾ ਐਕਸ਼ਨ ਦੇਖਦੇ ਉਹਦਾ, ਸਾਧੂ ਦਾ। ਅੰਦਰ ਜਿਹੜਾ ਨਾਮ ਦਾ ਚੱਲਣ ਹੈ, ਸਿਮਰਨ ਹੈ, ਉਹ ਬਿਰਲਿਆਂ ਨੂੰ ਹੀ ਪਤਾ ਹੁੰਦਾ ਹੈ। ਉਹ ਬਿਰਲੇ ਇੱਕ ਦੂਜੇ ਨੂੰ ਦੇਖ ਸਕਦੇ ਆ, ਦੂਜਾ ਕੋਈ ਨਹੀਂ। ਇੱਕ ਸਾਖੀ ਛੋਟੀ ਜਿਹੀ ਆਉਂਦੀ ਹੈ ਸਾਧ ਸੰਗਤ ਜੀ, ਇੱਧਰ ਇਲਾਕੇ 'ਚ ਉਹ ਪ੍ਰਚਲਿਤ ਹੈ। ਇਹ ਤਾਂ ਪਤਾ ਨਹੀਂ ਹੈ, ਕਿਉਂਕਿ ਇਹ ਪਹਿਲੀਆਂ ਗੱਲਾਂ ਸਾਡੇ ਤਾਂ ਜਨਮ ਤੋਂ ਵੀ। ਇੱਕ ਕੋਈ ਨਾ ਨਗਨ ਅਲਫ ਅਵਸਥਾ ਵਿੱਚ ਸਾਧੂ ਰਹਿੰਦੇ ਸੀ ਸਰੰਦ। ਉਹਨਾਂ ਨੂੰ ਬੀਰਮਦਾਸ ਸੀ ਉਹਨਾਂ ਦਾ ਨਾਂ। ਬਿਲਕੁਲ ਅਲਫ ਵੇ ਨੰਗੇ ਰਿਹਾ ਕਰਦੇ ਸੀ, ਮਸਤ। ਕਿਉਂਕਿ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ। ਜੇ ਕੋਈ ਨੰਗਾ ਵੀ ਰਹਿੰਦਾ ਹੈ ਤਾਂ ਉਹ ਵੀ ਸੋਭਾ ਪਾਉਂਦਾ, ਪਰ ਉਹ ਜੁੜਿਆ ਵਾ ਨਾਮ ਨਾਲ ਹੋਵੇ। ਜੇ ਤਾਂ ਢਕਣੇ ਦਾ, ਕੱਪੜਿਆਂ ਨਾਲ ਜਾਂ ਨੰਗੇ ਰਹਿਣ ਦਾ ਕੋਈ ਰੱਬ ਦੇ ਨਾਲ ਤਾਲੁਕ ਹੋਵੇ, ਇਹਦਾ ਕੋਈ ਰੌਲਾ ਨਹੀਂ ਹੈ। ਗੱਲ ਅੰਦਰੋਂ ਪ੍ਰੀਤ ਦੀ ਹੈ। ਉਹਨੂੰ ਕਿਸੇ ਨੇ ਪੁੱਛਿਆ, ਇੱਧਰ ਦਾ ਕੋਈ ਮਰਿੰਡੇ ਵੱਲ ਦਾ ਬੰਦਾ ਗਿਆ ਸੀ, ਬਈ ਅਸੀਂ ਤਾਂ ਜੀ ਤੁਹਾਡੇ ਦਰਸ਼ਨ ਕਰਨ ਆਏ। ਉਹਨੇ ਅੱਗੋਂ ਇਹ ਕਿਹਾ ਸੀ ਵੀ ਜਿੱਥੇ ਦਰਸ਼ਨ ਕਰਨੇ ਸੀ ਉਹ ਤੁਹਾਡੇ ਏਰੀਏ ਵਿੱਚ ਹੈ, ਉੱਥੇ ਤੁਸੀਂ ਗਏ ਨਹੀਂ, ਉਰੇ ਆ ਗਏ। ਸੁਣਿਆ ਸੰਗਤ ਤੋਂ ਵੀ। ਫਿਰ ਇਹ ਜਿਹੜੇ ਮਹਾਤਮਾ ਸੀ ਨਸਲਪੁਰ ਵਾਲੇ, ਫਿਰ ਉਹ ਉਜਾਗਰ ਹੋ ਗਏ। ਪਹਿਲਾਂ ਨਹੀਂ ਸੀ ਪਤਾ ਉਹਨਾਂ ਦਾ ਸੰਗਤ ਨੂੰ, ਕਿਸੇ ਨੂੰ ਹੀ ਪਤਾ ਹੁੰਦਾ। ਸੋ ਇਹ ਬਹੁਤ ਕੁਦਰਤੀ ਹੈ ਵੀ ਜਿਹੜਾ ਪ੍ਰੀਤ ਅੰਦਰ ਤੋਂ ਪੈਣੀ ਹੈ ਉਹੀ ਕਸਵੱਟੀ ਹੈ। ਨਾਮ ਅੰਦਰ ਚੱਲਣਾ ਹੈ ਉਹੀ ਕਸਵੱਟੀ ਹੈ, ਨਾ ਕਿ ਕੋਈ ਹੋਰ ਕੋਈ ਕਰਮ ਵਿਸ਼ੇਸ਼, ਕੋਈ ਪਹਿਰਾਵਾ ਵਿਸ਼ੇਸ਼। ਇਹਨਾਂ ਦੀ ਕੋਈ ਮਹੱਤਤਾ ਨਹੀਂ ਹੈ। ਸਰਮੱਧ ਵੀ ਅਲਫ ਵੇ ਨੰਗਾ ਰਹਿੰਦਾ ਹੁੰਦਾ ਸੀ ਜਾਮਾ ਮਸਜਿਦ ਦੇ ਅੱਗੇ ਦਿੱਲੀ, ਨੰਗ ਧੜੰਗੀ ਅਵਸਥਾ ਵਿੱਚ ਅੱਲਾ ਦਾ ਸਿਮਰਨ ਕਰਦਾ ਹੁੰਦਾ। ਲੋਕਾਂ ਨੂੰ ਠੀਕ ਨਹੀਂ ਸੀ ਲੱਗਦਾ, ਜਿਵੇਂ ਅੱਜ ਕੱਲ੍ਹ ਆਪਾਂ ਨੂੰ ਵੀ ਨਾ ਠੀਕ ਲੱਗਿਆ ਜੀ ਇਸ ਤਰ੍ਹਾਂ ਕੋਈ ਬੰਦਾ ਹੋਵੇ। ਜੇ ਕੋਈ ਦੁਨੀਆਦਾਰ ਇਸ ਤਰ੍ਹਾਂ ਕਰੇ, ਉਹਦੀ ਤਾਂ ਫਿਰ ਛਿੱਤਰ ਪਰੇਡ ਵੀ ਹੋ ਸਕਦੀ ਹੈ। ਪਰ ਜੇ ਕੋਈ ਰੱਬ ਦੇ ਰੰਗ 'ਚ ਰੰਗਿਆ ਵਾ ਹੋਵੇ, ਉਹਦੀ ਤਾਂ ਫਿਰ ਕੋਈ ਕੀਮਤ ਨਹੀਂ ਹੁੰਦੀ। ਔਰੰਗਜ਼ੇਬ ਵੀ ਸੜਕ ਟੱਪ ਕੇ ਲਾਲ ਕਿਲ੍ਹੇ ਤੋਂ ਮੱਥਾ ਟੇਕਣ ਜਾਇਆ ਕਰਦਾ ਸੀ। ਉਹਨੂੰ ਵੀ ਪਤਾ ਸੀ ਵੀ ਇੱਕ ਪਿਆ ਰਹਿੰਦਾ ਇਸ ਤਰ੍ਹਾਂ ਦਾ ਬੰਦਾ। ਇੱਕ ਦਿਨ ਸ਼ਿਕਾਇਤ ਹੋਈ, ਮੁਲਾਣਿਆਂ ਨੇ ਕਰੀ, ਬੁਲਾ ਲਿਆ ਤੇ ਉਹਨੂੰ ਕਿਹਾ ਵੀ ਤੂੰ ਨੰਗਾ ਫਿਰਦਾ, ਓਏ ਨੰਗਾ ਪਿਆ ਰਹਿਣਾ, ਸਾਡੇ ਧਰਮ ਦੀ ਬੇਇੱਜ਼ਤੀ ਕਰਦਾ, ਮਸਜਿਦ ਦੀ ਬੇਇੱਜ਼ਤੀ ਹੁੰਦੀ ਹੈ। ਹੁਣ ਦੇਖੋ ਰੰਗਿਆ ਹੋਇਆ ਸੀਗਾ, ਉਹਨੂੰ ਕਿਹੜੇ ਕਿਸੇ ਪਾਸੇ ਦਾ ਕੋਈ ਡਰ ਪਿਆ ਸੀ। ਕਹਿੰਦਾ ਔਰੰਗਜ਼ੇਬ ਤੂੰ ਨੰਗਾ, ਮੈਂ ਢਕਿਆ ਹੋਇਆ। ਔਰੰਗਜ਼ੇਬ ਨੇ ਆਪਣੀ ਮਖਮਲੀ ਪੋਸ਼ਾਕ ਵੱਲ ਦੇਖਿਆ ਔਰ ਫਿਰ ਹੰਕਾਰ 'ਚ ਕਿਹਾ ਵੀ ਤੂੰ ਕਿਵੇਂ ਬੋਲਦਾ, ਤੈਨੂੰ ਪਤਾ ਨਹੀਂ ਮੈਂ ਰਾਜਾ। ਕਹਿੰਦਾ ਜੀ ਪਤਾ ਹੈ, ਤੂੰ ਨੰਗਾ, ਮੈਂ ਢਕਿਆ ਹੋਇਆ, ਮੈਂ ਦਰਗਾਹ ਦੀ ਗੱਲ ਕਰਦਾ, ਮੈਂ ਇੱਥੇ ਦੀ ਗੱਲ ਨਹੀਂ ਕਰ ਰਿਹਾ। ਹਰਖ ਚੜਿਆ, ਗੁੱਸਾ ਆ ਗਿਆ ਔਰੰਗਜ਼ੇਬ ਨੂੰ। ਕਹਿੰਦਾ ਇਹਨੂੰ ਬੰਦ ਕਰੋ 8 ਦਿਨ ਖਾਤਰ, ਜੇ ਨਾ ਮੰਨਿਆ ਤਾਂ ਇਹਦੀ ਗਰਦਨ ਕਲਮ ਕਰ ਦਿਓ। ਚਲੋ ਇਹ ਸਾਖੀਆਂ ਹੈ, ਗੁਰਬਾਣੀ 'ਚ ਵੀ ਇਹਦਾ ਹਵਾਲਾ। ਜਿਵੇਂ ਨਗਨ ਫਿਰਤ ਰੰਗ ਏਕ ਕੇ ਪਹਿਲਾਂ ਬੋਲਿਆ, ਦੱਸ ਰਹੇ ਨੇ, ਉਹ ਸੋਭਾ ਪਾਏ। ਗੱਲ ਤਾਂ ਅੰਦਰ ਤੋਂ ਨਾਮ ਦੇ ਜਪਣ ਦੀ ਹੈ, ਹੋਰ ਕੁਛ ਵੀ ਕਰਮ ਵਿਸ਼ੇਸ਼, ਕੋਈ ਵਸਤਰ ਵਿਸ਼ੇਸ਼ ਜਾਂ ਕੁਛ ਵੀ ਹੋਰ ਨਹੀਂ ਹੈ। ਇੱਥੇ ਆ ਕੇ ਗੁਰਬਾਣੀ ਬੰਦੇ ਨੂੰ ਲਿਆ ਕੇ ਖੜਾਉਂਦੀ ਹੈ, ਫਿਰ ਤੂੰ ਬਣਦਾ, ਮੈਂ ਨਹੀਂ ਰਹਿ ਜਾਂਦੀ।
ਤੋ ਕਹਿਣ ਵਿੱਚ ਇਹ ਵੀ ਸੁਣਨ ਵਿੱਚ ਆਉਂਦੀ ਹੈ ਸਾਖੀ ਵੀ ਜਦੋਂ ਜਲਾਦ ਨੇ ਆਪਣੀ ਤਲਵਾਰ ਤਿੱਖੀ ਕਰੀ, ਉਹ ਦਿਨ ਆ ਗਿਆ ਸਰਮੱਧ ਦਾ ਨਿਯਤ ਕਰਿਆ ਹੋਇਆ, ਤੋ ਜਦੋਂ ਉਹਨੇ ਤਲਵਾਰ ਚੱਕੀ ਤਾਂ ਸਰਮੱਧ ਨੇ ਉਹਦੇ ਚਰਨੀ ਹੱਥ ਲਗਾ। ਉਹਨੂੰ ਭਰਮ ਹੋਇਆ ਵੀ ਇਹ ਮੇਰੇ ਪੈਰੀਂ ਹੱਥ ਲਾਉਂਦਾ। ਕਹਿੰਦਾ ਜੀ ਤੂੰ ਔਰੰਗਜ਼ੇਬ ਦੀ ਲਾਨ ਦਾ ਫਕੀਰਾ, ਮੇਰੇ ਕਾਹਨੂੰ ਲਾਉਣਾ? ਚੱਲ ਆ ਜਾ, ਵੀ ਜੇ ਤੂੰ ਮੰਨਦਾ ਮੈਂ ਤੇਰੀ ਸਿਫਾਰਿਸ਼ ਕਰਦਾ, ਤੂੰ ਔਰੰਗਜ਼ੇਬ ਤੋਂ ਮਾਫੀ ਮੰਗ ਲੈ। ਉਹ ਸਰਮੱਧ ਹੱਸ ਕੇ ਕਹਿੰਦਾ ਨਹੀਂ ਨਹੀਂ, ਤੁਹਾਨੂੰ ਗਲਤ ਫਹਿਮੀ ਹੋ ਗਈ, ਮੈਂ ਤੁਹਾਡੇ ਪੈਰੀਂ ਹੱਥ ਨਹੀਂ ਲਾਇਆ ਹੈ। ਕਹਿੰਦਾ ਫਿਰ ਕਿਹਦੇ ਲਾਇਆ? ਕਹਿੰਦਾ ਜਿਹੜਾ ਤੇਰੇ ਅੰਦਰ ਬੈਠਾ ਨਾ, ਜਿਹੜਾ ਤੇਰੇ ਤੋਂ ਤਲਵਾਰ ਚਲਾ ਰਿਹਾ, ਮੈਂ ਪਛਾਣ ਲਿਆ ਉਹਨੂੰ, ਮੈਂ ਉਹਦੇ ਪੈਰੀਂ ਹੱਥ ਲਾਇਆ, ਤੇਰੇ ਨਹੀਂ ਲਾਇਆ। ਲੈ ਚਲਾ ਲੈ ਤਲਵਾਰ। ਦੇਖੋ ਤਾਂ ਸਹੀ ਕੈਸੇ ਕੈਸੇ ਰੰਗ ਉਹਨੇ ਰੰਗਿਆ ਹੋਇਆ ਦੇ, ਗਰਦਨ ਕਲਮ ਕਰਵਾ ਲਈ। ਤਾਂ ਉਹ ਸਭ ਦੇ ਵਿੱਚ ਇਹ ਘੱਟ ਮੈਂ ਹਰਜੂ ਵਸੇ ਵਾਲੀ ਗੱਲ ਹੈ, ਇਹਦੇ ਵਿੱਚ ਅੱਜ ਵੀ ਜ਼ਿਕਰ ਆਇਆ। ਉਹ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਉਹ ਹਰ ਘਟ ਦੇ ਵਿੱਚ ਵਸਦਾ, ਕੋਈ ਜਰਾ ਵੀ ਉਹ ਤੋਂ ਖਾਲੀ ਨਹੀਂ ਹੈ। ਆਕਾਸ਼ ਵੀ ਖਾਲੀ ਨਹੀਂ, ਅਗਨੀ ਵੀ ਖਾਲੀ ਨਹੀਂ ਹੈ, ਹਵਾ ਵੀ ਖਾਲੀ ਨਹੀਂ। ਹਰ ਜਗ੍ਹਾ, ਸਮੁੰਦਰਾਂ ਵਿੱਚ, ਖਲਾਅ ਵਿੱਚ, ਉਹ ਹਰ ਜਗ੍ਹਾ। ਘਟ ਬਸੰਤ ਬਾਸਦੇਵ ਹੈ। ਬਹੁਤ ਸਰਵਗਤਾ ਹੈ ਉਹਦੀ। ਕੋਈ ਬੰਦਾ ਉਹਦੇ ਬਾਰੇ ਕੁਛ ਜਾਣ ਜਾਵੇ, ਹੁਣ ਇਹਨਾਂ ਵਿਚਾਰਾਂ ਤੋਂ ਬਾਅਦ ਸਮਝ ਆ ਜਾਣੀ ਚਾਹੀਦੀ ਹੈ ਵੀ ਅਸੀਂ ਕਿਆ ਜਾਣ ਸਕਦੇ ਹਾਂ ਉਹਦੇ ਬਾਰੇ 'ਚ। ਜੇ ਗਲਤ ਫਹਿਮੀ ਕਿਸੇ ਨੂੰ ਹੋ ਗਈ ਹੈ ਵੀ ਮੈਂ ਪਰਮਾਤਮਾ ਨੂੰ ਜਾਣ ਗਿਆ ਜਾਂ ਮੈਂ ਨਾਮ ਜਪਦਾ, ਸਿਮਰਨ ਕਰਦਾ, ਤਾਂ ਬਹੁਤ ਅਲਪ ਬੁੱਧੀ ਹੈ ਇਹ। ਸਮਝਣਾ ਇਹੀ ਆਉਣੀ ਚਾਹੀਦੀ ਸਮਝ ਸਾਨੂੰ, ਸਮਝ ਕੇ ਬਈ ਤੂੰ ਹੀ ਸਭ ਕੁਛ ਹੈ, ਮੈਂ ਕੁਛ ਕਰ ਹੀ ਨਹੀਂ ਸਕਦਾ। ਇੱਕ ਜ਼ਰਾ ਸੂਰਜ ਨੂੰ ਕਿਆ ਜਾਣੂਗਾ। ਦਿਓ ਆਗਿਆ, ਕਿਸੇ ਅਪਸ਼ਬਦ ਦੀ, ਗਲਤ ਬਿਆਨੀ ਦੀ ਮੈਂ ਦਾਸਰਾ ਆਪ ਜੀ ਤੋਂ ਖਿਮਾ ਦਾ ਯਾਚਨਾ ਕਰਦਾ, ਔਰ ਅਸੀਸ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇੱਕ ਗੱਲ ਦੀ ਖਿਮਾ ਪਹਿਲਾਂ ਹੀ ਮੰਗ ਲਵਾਂ। ਦਾਸ ਆਪ ਤੋਂ ਮੰਗਦਾ ਵੀ ਦਾਸਰੇ ਦਾ ਜਿਹੜਾ ਵਿਖਿਆਨ ਜੋ ਗੁਰੂ ਨੇ ਦਿੱਤਾ ਹੋਇਆ ਹੈ, ਉਹ ਖਾਸ ਕਰਕੇ ਜਿਹੜੇ ਕਥਾਵਾਚਕ ਹੈ ਜਾਂ ਜ਼ਿਆਦਾ ਬੁੱਧੀ ਵਾਲੇ ਲੋਕ ਹੈ, ਜਿਵੇਂ ਆਪਣੀ ਸੁਸਾਇਟੀ 'ਚ ਹੁੰਦਾ ਹੈ ਇੰਟੈਲੀਜੈਂਸੀਆ ਜਿਹਨੂੰ ਕਹਿੰਦੇ ਹਾਂ, ਡਾਕਟਰ, ਵਕੀਲ, ਪ੍ਰੋਫੈਸਰ ਜਾਂ ਹੋਰ ਜਿਹੜੇ ਵਿਕਸਿਤ ਨੇ ਸੰਸਾਰੀ ਬੁੱਧੀ ਦੇ ਤੌਰ 'ਤੇ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਸ਼ੰਕੇ ਬਹੁਤ ਉਤਪੰਨ ਹੁੰਦੇ। ਆਮ ਬੰਦਾ ਤਾਂ ਮੰਨ ਲੈਂਦਾ ਰੱਬ ਦੀ ਗੱਲ ਨੂੰ। ਦਾਸਰਾ ਖੁਦ ਉਹਨਾਂ ਅਵਸਥਾਵਾਂ ਜਿਵੇਂ ਛੋਟੇ ਹੁੰਦੇ ਗੁਜ਼ਰਿਆ ਹੋਇਆ, ਅਹਿਸਾਸ ਹੈ ਵੀ ਲੋਕ ਕਿਵੇਂ ਸੋਚਦੇ ਹੁੰਦੇ। ਉਸ ਐਂਗਲ ਤੋਂ ਵਿਚਾਰ ਹੋਇਆ ਕਰਦੀ ਹੈ। ਜੇ ਹੋਰ ਕਈ ਭਰਾਵਾਂ ਨੂੰ ਨਾ ਵੀ ਉਹ ਠੀਕ ਲੱਗੇ ਤਾਂ ਫਿਰ ਉਹਦੀ ਤਾਂ ਮਾਫੀ ਮੰਗੀ ਜਾ ਸਕਦੀ ਹੈ। ਹਾਲਾਂਕਿ ਆਪਣੇ ਆਪ ਨੂੰ ਕੋਸ਼ਿਸ਼ ਕਰੀ ਦੀ ਹੈ ਬਹੁਤ ਨੀਵਾਂ ਲਿਆ ਕੇ ਗੱਲ ਕਰਨ ਦੀ, ਪਰ ਫਿਰ ਵੀ ਜਿਹੜਾ ਕੁਛ ਜੋ ਅੰਦਰ ਹੁੰਦਾ ਨਿਕਲਦਾ ਤਾਂ ਉਹੀ ਕੁਛ ਹੈ, ਚੰਗਾ ਜਾਂ ਮੰਦਾ। ਇਹ ਜਿਹੜਾ ਸਰਮੱਧ ਵਾਲੀ ਸਾਖੀ ਆਪ ਜੀ ਨਾਲ ਸਾਂਝੀ ਕਰੀ ਹੈ, ਜੇ ਕਿਸੇ ਨੂੰ ਐਕੈਡੈਮਿਕ ਇੰਟਰਸਟ ਹੈ ਅੱਗੇ ਬੋਲਣ ਖਾਤਰ ਵੀ, ਤਾਂ ਉਹਦੇ ਸ਼ਬਦ ਇਸ ਤਰ੍ਹਾਂ ਹੈ, ਤਾਂ ਇਹ ਪਰਸ਼ੀਅਨ ਹੈ। ਪੋਸ਼ਾਨਦ ਲਿਬਾਸ ਹਰ ਕਿਰਾ ਐਵੇ ਦੀਦ, ਪੋਸ਼ਾਨਦ ਲਿਬਾਸ ਹਰ ਕਿਰਾ ਐਵੇ ਦੀਦ, ਬੇਐਬਾਂ ਰਾ ਲਿਬਾਸੇ ਉਰਿਆਨੀ ਦਾਦ। ਭਾਵੇਂ ਬਈ ਜਿਹੜਿਆਂ 'ਚ ਐਬ ਹੁੰਦੇ ਉਹਨਾਂ ਨੂੰ ਢੱਕਣ ਖਾਤਰ ਕੱਪੜੇ ਵਸਤਰ ਹੁੰਦੇ। ਪੋਸ਼ਾਨਦ ਲਿਬਾਸ, ਉਹਨੂੰ ਲੁਕਾਉਣ ਖਾਤਰ ਇਹ ਕੱਪੜੇ ਹੁੰਦੇ ਜਿਹਦੇ ਅੰਦਰ ਵੀ ਇਹ ਐਬ ਹੁੰਦੇ। ਬੇਐਬਾਂ ਰਾ ਫਾਰਸੀ 'ਚ ਦਾ ਨੂੰ ਕਹਿੰਦੇ। ਬੇਐਬਾਂ ਦਾ ਜਿਹੜਾ ਹੈ ਲਿਬਾਸੇ ਉਰਿਆਨੀ ਦਾਦ। ਲਿਬਾਸ ਉਰਿਆਨੀ ਹੁੰਦਾ ਨੰਗਪਣਾ। ਜਿਹੜੇ ਬੇਐਬ ਹੈ ਉਹਨਾਂ ਨੂੰ ਜਿਹੜਾ ਨੰਗਪਣਾ ਹੈ ਬਿਨਾਂ ਕੱਪੜਿਆਂ ਤੋਂ ਹੈ, ਉਹੀ ਦਾਦ ਹੈ, ਉਹੀ ਪ੍ਰਮਾਤਮਾ ਦੀ ਕਿਰਪਾ ਹੈ ਉਹਨਾਂ ਦੇ ਉੱਤੇ। ਦਾਦ ਕਿਰਪਾ ਨੂੰ ਕਹਿੰਦੇ, ਜਾਂ ਪ੍ਰਸ਼ੰਸਾ ਨੂੰ ਵੀ ਕਹਿ ਦਿੰਦੇ ਹਾਂ, ਜਿਵੇਂ ਆਪਾਂ ਕਹਿੰਦੇ ਵੀ ਦਾਤ ਦੇਣੀ ਬਣਦੀ ਹੈ। ਤਾਂ ਉਹ ਨੰਗੇ ਹੀ ਪ੍ਰਮਾਤਮਾ ਦੇ ਰੰਗ 'ਚ ਰੰਗੇ ਜਾਂਦੇ, ਰੰਗੇ ਹੋਏ ਹੁੰਦੇ ਆ। ਬਲਕਿ ਉਹ ਤਾਂ ਹੀ ਇਸ ਤਰ੍ਹਾਂ ਉਹਨਾਂ ਦੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਸਾਧ ਦੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ? ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ।
वेद क्या चीज है? वेद त्रै गुणा की लिखत है। ਜਿਹੜੀ ਗੀਤਾ ਪਵਿੱਤਰ ਗ੍ਰੰਥ ਹੈ, ਗੀਤਾ ਜੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਕ੍ਰਿਸ਼ਨ ਜੀ ਦੇ ਰਸਨਾ ਤੋਂ ਉਚਾਰੀ ਹੋਈ ਹੈ, ਉਹ ਅਰਜਨ ਨੂੰ ਸੁਣਾ ਰਹੇ ਹੈ। ਰਥ ਦੇ ਉੱਪਰ ਹੈ, ਮੈਦਾਨੇ ਜੰਗ ਹੈ ਜਿੱਥੇ ਇਹ ਉਚਾਰੀ ਗਈ ਹੈ। ਉਹ ਫਰਮਾ ਰਹੇ ਹੈ, ਤ੍ਰੈ ਗੁਣ ਵਿਸ਼ੇ ਵੇਦਾ, ਤ੍ਰੈ ਗੁਣ ਵਿਸ਼ੇ ਵੇਦਾ, ਨਿਸਤਰੈ ਗੁਣਿਓ ਭਾਵ ਅਰਜੁਨ। हे अर्जुन, वेद ਜਿਹੜੇ ਆ ਉਹ ਤਿੰਨਾਂ ਗੁਣਾਂ ਦਾ ਵਿਸ਼ਾ ਹੈ। ਤ੍ਰੈ ਗੁਣ ਵਿਸ਼ੇ ਵੇਦਾ, ਨਿਸਤਰੈ ਗੁਣਿਓ ਭਾਵ ਅਰਜੁਨ। ਨਿਸਤਾਰਾ ਕੀ ਨਾਲ ਹੋਣਾ? ਗੁਣ ਨਾਲ। ਸਾਧ ਸੰਗਤ ਜੀ, ਇੱਥੇ ਗੁਣ ਜਿਹੜਾ ਇਹ ਚੌਥਾ ਸ਼ਬਦ ਲੁਪਤ ਹੈ ਵਿੱਚ, ਚੌਥੇ ਗੁਣ ਦੀ ਗੱਲ ਹੋ ਰਹੀ ਹੈ, ਯਾਨੀ ਭਗਤ ਦੀ ਸੰਤ ਦੀ ਗੱਲ ਹੋ ਰਹੀ ਹੈ। ਨਿਸਤਾਰਾ ਉਹਦੇ ਨਾਲ ਹੋਣਾ। ਚਾਰੇ ਵੇਦ ਕਥੈ ਆਕਾਰ, तीन अवस्था कहें बख्यान, तुरिया अवस्था सतगुर ते हर जान। चारे वेद तिन्ना गुणा की गल करते, तीन अवस्था का बख्यान करते हैं, रजो सतो तमो दा। जिहड़ी तुरिया है, चौथा गुण है जिहड़ा, चौथा पद, चौथी पदवी, चौथी पौड़ी, चौथी थां, कई शब्द आने दे प्रति। तुरिया अवस्था सतगुर ते हर जान। ਇਹਦੀ ਇਹ ਜਿਹੜੀ ਅਵਸਥਾ ਹੈ, ਇਹ ਸਤਿਗੁਰੂ ਤੋਂ ਪਤਾ ਲੱਗਦੀ ਹੈ, ਵੇਦਾਂ ਨੂੰ ਨਹੀਂ ਪਤਾ ਇਸ ਗੱਲ ਦਾ। ਹਾਲਾਂਕਿ ਸਾਡੇ ਖਾਸੇ ਭਰਾ ਹੈ ਜਿਹੜੇ ਹਿੰਦੂ, ਉਹ ਵੇਦਾਂ ਨੂੰ ਰੱਬੀ ਕਿਰਤ ਮੰਨਦੇ ਨਹੀਂ। ਸਾਧ ਸੰਗਤ ਜੀ, ਗੁਰੂ ਦਾ ਮਤ ਇਹ ਨਹੀਂ ਹੈ। ਸਤਿਗੁਰਾਂ ਨੇ ਸਾਨੂੰ ਇਹ ਸਮਝਾ ਦਿੱਤੀ ਹੈ ਗੱਲ ਵੀ ਇਹ ਵੇਦ ਹੈ ਜਿਹੜੇ ਰੱਬੀ ਕਿਰਤ ਨਹੀਂ ਹੈ, ਇਹ ਆਰਡੀਨਰੀ ਪਰਸਨ ਜਿਹੜੇ ਰਿਸ਼ੀ ਮੁਨੀ ਤ੍ਰੈਗੁਣੀ ਬੁੱਧੀ ਹੈ ਉਹਦੇ ਵਿੱਚੋਂ ਲਿਖੇ ਗਏ। ਆਪ ਜੀ ਬਹੁਤ ਗਿਆਨਵਾਨ ਹੋ, ਸਿਆਣੇ ਹੋ, ਸਾਰੇ ਜਾਣਦੇ ਇਸ ਗੱਲ ਨੂੰ ਵੀ ਗੁਰਮਤ ਦੀ ਸਮੱਗਰ ਜਿਹੜੀ ਵਿਚਾਰ ਹੈ, ਭਾਈ ਰਣਜੀਤ ਸਿੰਘ ਜੀ ਜਿਹੜੀ ਵਾਰ-ਵਾਰ ਕਹਿੰਦੇ ਹੈ, ਉਹ ਕਿਸੇ ਬਾਤ ਤੋਂ ਕਹਿ ਰਹੇ, ਇਹ ਹੋਣੀ ਚਾਹੀਦੀ ਹੈ। ਵੇਦਾਂ ਦੀ ਵਡਿਆਈ ਵਿੱਚ ਵੀ ਹੈ ਸ਼ਬਦ ਗੁਰਬਾਣੀ 'ਚ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰੈ ਜਿਉ ਬੇਤਾਲਿਆ। ਦੇਖੋ ਹੁਣ ਫੇਰ ਗਰਾਰੀ ਫਸ ਜਾਣੀ ਉਰੇ ਆ ਕੇ ਵੀ ਗੁਰਬਾਣੀ ਤਾਂ ਫਰਮਾਉਂਦੀ ਹੈ ਵੀ ਵੇਦਾਂ ਵਿੱਚ ਉੱਤਮ ਨਾਮ ਹੈਗਾ, ਉਹਨੂੰ ਸੁਣਦੇ ਨਹੀਂ ਅਸੀਂ, ਬੇਤਾਲੇ ਆ। ਇਹਦਾ ਭਾਵ ਕਿਆ ਹੋਇਆ ਫਿਰ? ਇੱਕ ਪਾਸੇ ਤ੍ਰੈ ਗੁਣਾਂ ਦੀ ਗੱਲ ਕਰ ਰਹੀ ਹੈ ਗੁਰਬਾਣੀ, ਦੂਜੇ ਪਾਸੇ ਉਹ ਨਾਮ ਦੀ ਵੀ ਬਾਤ ਪਾ ਰਹੀ ਹੈ। ਹੁਣ ਇਹ ਗੱਲ ਵਿੱਚ ਸਮਝਣ ਵਾਲੀ ਹੈ, ਲੁਪਤ ਹੈ ਇਹ। ਜੇ ਸਮੱਗਰ ਵਿਸਤ੍ਰਿਤ ਗਿਆਨ ਹੋਊਗਾ ਗੁਰਬਾਣੀ ਦਾ, ਫਿਰ ਸਮਝ ਆ ਜਾਂਦੀ ਹੈ ਗੱਲ ਦੀ। ਦੇਖੋ, ਚਾਰ ਵੇਦਾਂ ਦੇ ਨਾਲ ਹੋਰ ਗ੍ਰੰਥ ਵੀ ਜੁੜੇ ਹੋਏ ਆ ਜਿਹਨੂੰ ਉਪਨਿਸ਼ਦ ਕਹਿੰਦੇ ਆ, ਉਹਨਾਂ ਦੇ ਮਗਰ ਆਉਂਦੇ ਆ। ਬ੍ਰਾਹਮਣਾ ਗ੍ਰੰਥ ਵੀ ਜੁੜੇ ਹੋਏ ਆ, 3-4 ਕਿਸਮ ਦੇ ਹੁੰਦੇ ਹਰ ਇੱਕ ਵੇਦ ਦੇ ਨਾਲ। ਉਹ ਜਿਹੜੇ ਗ੍ਰੰਥ ਹੈ ਉਹਨਾਂ ਨੂੰ ਵੀ ਵੇਦ ਹੀ ਕਿਹਾ ਜਾਂਦਾ ਹੈ। ਇਹ ਗੱਲ ਸਾਨੂੰ ਉੱਧਰ ਤੋਂ ਹੀ ਸਮਝ ਆਈ ਹੈ, ਹਿੰਦੂ ਵਿਦਵਾਨਾਂ ਤੋਂ ਹੀ। ਜਿਹੜਾ ਗੀਤਾ ਜੀ ਹੈ ਇਹ ਵੀ ਇੱਕ ਵੇਦ ਗਿਣਿਆ ਜਾਂਦਾ ਹੈ, ਜਾਂ ਇੱਕ ਉਪਨਿਸ਼ਦ ਵੀ ਗਿਣਿਆ ਜਾਂਦਾ ਹੈ। ਉਪਨਿਸ਼ਦਾਂ ਵਿੱਚ ਆਤਮਾ ਪਰਮਾਤਮਾ ਸੰਬੰਧੀ ਬਹੁਤ ਸਾਰਾ ਗਿਆਨ ਹੈ। ਜਿਹੜਾ ਅਹੰ ਬ੍ਰਹਮ ਆਸਮੀ, ਮੈਂ ਹੀ ਪਰਮਾਤਮਾ ਹਾਂ, ਗੁਰ ਤੂੰ ਜੋਤ ਮਨ ਤੂੰ ਜੋਤ ਸਰੂਪ ਹੈ ਵਾਲਾ ਜਿਹੜਾ ਕਨਸੈਪਟ ਹੈ, ਇਹ ਵੀ ਵੇਦਾਂ ਚੋਂ ਆਇਆ। ਇੱਕ ਬ੍ਰਿਹਦਰਿਕਾ ਉਪਨਿਸ਼ਦ ਹੈ ਜਿਹਨੂੰ ਆਪਾਂ ਵੇਦ ਵੀ ਕਹਿੰਦੇ ਹਾਂ, ਇਹ ਉਹਦੇ ਵਿੱਚੋਂ ਆਇਆ ਹੋਇਆ। तो ऐसा नहीं है कि ये ਜਿਹੜੇ वेद हैं यानी उपनिषद हैं ਜਿਹੜੇ ਉਹਨਾਂ ਦੇ ਨਾਲ ਜੁੜੇ ਵੀ ਉਹਨਾਂ ਵਿੱਚ ਗਿਆਨ ਨਹੀਂ ਹੈ, ਉਹਨਾਂ 'ਚ ਨਾਮ ਦੀ ਬਾਤ ਵੀ ਪਈ ਹੋਈ ਹੈ, ਭਾਵੇਂ ਥੋੜੀ ਰੂਹ 'ਚ ਹੈ, ਉਹ ਵਿੱਚੋਂ ਟੋਲ ਨਹੀਂ ਹੁੰਦੀ। ਹੁਣ ਜਿਹੜੀ ਆ ਗੱਲ ਗੀਤਾ ਵਿੱਚ ਆਈ ਹੈ, ਪਵਿੱਤਰ ਗੀਤਾ 'ਚ, ਬਈ ਨਿਸਤਰੈ ਗੁਣਿਓ ਭਾਵ ਅਰਜੁਨ। ਹੇ ਅਰਜੁਨ, ਨਿਸਤਾਰਾ ਚੌਥੇ ਗੁਣ ਨਾਲ ਹੋਣਾ ਹੈ, ਤੁਰੀਆ ਅਵਸਥਾ ਨਾਲ ਹੋਣਾ, ਨਾ ਕਿ ਵੇਦਾਂ ਨਾਲ ਹੋਣਾ। ਇੱਥੇ ਲੋੜ ਹੈ ਸਮੱਗਰਤਾ ਦੀ ਬਾਣੀ ਦੀ। ਜਦ ਇੱਕ ਗੱਲ ਸਾਡੇ ਦਿਮਾਗ 'ਚ ਹੁੰਦੀ ਹੈ, ਇੱਕ ਤੋਕਿਆ ਇੱਕ ਸ਼ਬਦ ਹੁੰਦਾ, ਫਿਰ ਉਹ ਲੌਪਸਾਈਡਡ ਸੋਚ ਹੁੰਦੀ ਹੈ। ਉਹ ਹੁੰਦੀ ਤਾਂ ਉਹ ਸੱਚ ਹੈ, ਪਰ ਉਹ ਸਮੁੱਚਾ ਸੱਚ ਜਦੋਂ ਦੂਜੀ ਤੋਕ ਕੋਈ ਮਹਾਂਵਾਕ ਸਾਹਮਣੇ ਰੱਖੂਗੇ ਉਦੋਂ ਬਣਨਾ ਹੁੰਦਾ। ਸਮਝ ਆ ਜਾਂਦੀ ਹੈ ਬਈ ਵੇਦ ਤ੍ਰੈਗੁਣੀ ਵੀ ਹੈ ਭਾਈ, ਜਿਹੜੇ ਵੇਦਾਂ ਨੂੰ ਕਥਨ ਕਰਦੇ ਆ, ਵੇਦਾਂ ਦੇ ਜਿਹੜੇ ਉਪਨਿਸ਼ਦ ਰੂਪ ਹੈ ਉਹਨਾਂ ਦੇ ਵਿੱਚ ਨਾਮ ਵੀ ਹੈਗਾ, ਉੱਥੋਂ ਉਹ ਨਾਮ ਲਿਆ ਜਾ ਸਕਦਾ ਹੈ।
ਭਾਵੇਂ ਵਿੱਚ ਉਹ ਇੱਧਰ ਉੱਧਰ ਕਰਕੇ ਵਿੱਚ ਛੋਟਾ ਜਿਹਾ ਤੌਰ 'ਤੇ ਲੁਕੋਇਆ ਹੋਇਆ ਹੁੰਦਾ ਹੈ। ਜਿਵੇਂ ਐਂ ਸਮਝ ਲਓ ਵੀ ਜਿੰਨੇ ਫਰੂਟ ਹੈ ਇਹਨਾਂ ਦੇ ਆਲੇ ਦੁਆਲੇ ਖੌਲ ਹੁੰਦਾ, ਬਦਾਮਾਂ ਦੇ, ਅਖਰੋਟਾਂ ਦੇ ਵਿੱਚ ਹੁੰਦਾ ਲੁਪਤ, ਉਹ ਨਾਮ ਵਿੱਚ ਲੁਪਤ ਰੂਪ 'ਚ ਰੱਖਿਆ ਵਾ ਹੁੰਦਾ। ਸੋ ਆਪ ਜੀ ਤਾਂ ਬਹੁਤ ਜ਼ਿਆਦਾ ਜਾਣੀ ਜਾਣ ਹੋ, ਗਿਆਨੀ ਹੋ, ਜਿੰਨਾ ਵੀ ਗਰੁੱਪ ਹੈ ਇਹ। ਦਾਸਰੇ ਨੂੰ ਮਾਫ਼ ਕਰ ਦਿਓ, ਕਿਉਂਕਿ ਦਾਸਰਾ ਜਿਹੜੀ ਸੋਚ ਬਣੀ ਹੋਈ ਹੈ ਉਹ ਇਸ ਤਰ੍ਹਾਂ ਦੀ ਉਹ ਹੈ। ਕਈਆਂ ਨੂੰ ਉਹ ਨਹੀਂ ਵੀ ਠੀਕ ਲੱਗਦੀ ਹੋ ਸਕਦੀ, ਕਿਉਂਕਿ ਇਸ ਗਰੁੱਪ 'ਚ ਹੈਗੀਆਂ ਐਸੀਆਂ ਸ਼ਖਸੀਅਤਾਂ ਜਿਹੜੀਆਂ ਹੋਰ ਤਰ੍ਹਾਂ ਸੋਚਦੀਆਂ। ਕਿਆ ਕਰਿਆ ਜਾ ਸਕਦਾ? ਖਿਮਾ ਹੀ ਮੰਗੀ ਜਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸੁਣੀਐ ਨਾਮ ਮੰਨੀਐ, ਨਾਮੇ ਵਡਿਆਈ। ਨਾਮ ਸਲਾਹੇ ਸਦਾ ਸਦਾ, ਨਾਮੇ ਮਹਿਲ ਪਾਈ। ਨਾਮ ਗੋਬਿੰਦ ਕਾ ਸਦਾ ਲੀਜੈ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ। ਭਰਨ ਪੋਖਣ ਕਰੰਤ, ਜੀਆ ਵਿਸਰਾਮ ਸਾਧਨ ਦੇਵੰਤ ਦਾਨੰ। ਸ੍ਰੀਜੰਤ ਰਤਨ ਜਨਮ ਚਤੁਰ ਚੇਤਨੈ, ਵਰਤੰਤ ਸੁਖ ਆਨੰਦ ਪ੍ਰਸਾਦੈ। ਸਿਮਰੰਤ ਨਾਨਕ ਹਰ ਹਰ ਹਰੇ, ਅਨਿਤਯ ਰਚਨਾ ਨਿਰਮੋਹ ਤੇ। ਦਾਨੰ ਪਰਾ ਪੂਰਵੇ ਪੁਜੰਤੇ ਮਹੀਪਤੇ, ਵਿਪਰੀਤ ਬੁੱਧਿਐ ਮਾਰਤ ਲੋਕੈ। ਨਾਨਕ ਚਿਰੰਕਾਲ ਦੁਖ ਭੋਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਿਆਰੀ ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਜਨੋ, ਅੱਜ ਦੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀਓ ਦੀ ਇਹ ਰਚਨਾ ਹੈ, ਜਿਹੜੀ ਆਪਾਂ ਰੋਜ਼ ਵਿਚਾਰ ਰਹੇ ਹਾਂ। ਸ਼ਲੋਕ ਸੰਸਕ੍ਰਿਤੀ ਦੇ ਵਿੱਚ ਆਉਂਦੇ ਆ ਸ਼ਲੋਕ। ਭਰਨ ਪੋਖਣ ਕਰੰਤ। ਪੋਖਣ ਹੁੰਦੀ ਹੈ ਪੋਸ਼ਣ ਕਰਨਾ, ਪਾਲਣਾ ਕਰਨੀ। ਭਰਨ ਹੁੰਦਾ ਸਾਨੂੰ ਖਾਣਾ ਦਾਣਾ ਦਿੰਦਾ ਹੈ। ਜੀਆ ਵਿਸਰਾਮ, ਸਭ ਜੀਆਂ ਦਾ ਵਿਸਰਾਮ ਤੂੰ ਹੈ, ਸਭ ਜੀਆਂ ਦੀ ਟੇਕ ਤੂੰ ਹੈ। ਸਾਧਨ ਹੁੰਦੇ ਕੱਪੜੇ, ਸਾਧ ਸੰਗਤ ਜੀਓ, ਸਾਧਨ ਦੇਵੰਤ ਦਾਨ। ਸਾਨੂੰ ਕੱਪੜੇ ਵੀ ਉਹ ਫਰੀ 'ਚ ਦਿੰਦਾ ਹੈ, ਦਾਨ ਦਿੰਦਾ ਹੈ। ਸਭ ਉਸੇ ਦਾ ਤਾਂ ਬਣਾਇਆ ਹੋਇਆ ਜੋ ਕੁਛ ਵੀ ਹੈ। ਸਿਰਜੰਤ ਰਤਨ ਜਨਮ ਚਤੁਰ ਚੇਤਨੈ। ਲਿਖਤ ਦੇ ਅਨੁਸਾਰ ਇਹ ਸਿਰਜੰਤ ਬਣਦਾ, ਪਰ ਪੜ੍ਹਦੇ ਆਪਾਂ ਸਭ ਲੋਕ ਸਿਰਜੰਤ ਹੀ ਹੈ, ਕਿਉਂਕਿ ਸਿਰਜਣਾ ਤੋਂ ਭਾਵ ਹੈ। ਸਿਰਜੰਤ ਰਤਨ ਜਨਮ ਚਤੁਰ ਚੇਤਨ। ਇਹ ਬਹੁਤ ਚਤਰ ਔਰ ਸੁੰਦਰ ਚੇਤਨਾ ਕਰਨ ਵਾਲਾ ਜਨਮ ਸਾਨੂੰ ਉਹਨੇ ਸਿਰਜ ਕੇ ਦਿੱਤਾ ਹੈ। ਕਿਉਂਕਿ ਫਲਸਫੇ ਦੇ ਵਿੱਚ ਇਹੀ ਆਉਂਦਾ ਹੈ ਵੀ ਜਿਹੜਾ ਇਹ ਰਤਨ ਪਦਾਰਥ ਹੈ, ਜਨਮ ਹੈ, ਜਿਹੜਾ ਜਨਮ ਪਦਾਰਥ ਹੈ, ਇਹ ਉਹਦੀ ਕਿਰਪਾ ਦੇ ਨਾਲ ਮਿਲਦਾ, ਵੱਡਿਆਂ ਭਾਗਾਂ ਦੇ ਨਾਲ ਮਿਲਦਾ। ਵਰਤੰਤ ਸੁਖ ਆਨੰਦ ਪ੍ਰਸਾਦੈ। ਉਹਦੀ ਕਿਰਪਾ ਦੇ ਨਾਲ ਸੁੱਖ ਆਨੰਦ ਵਰਤਦਾ ਹੈ। ਸਿਮਰੰਤ ਨਾਨਕ ਹਰ ਹਰ ਹਰੇ। ਤੋ ਪੰਜਵੇਂ ਨਾਨਕ ਫਰਮਾ ਰਹੇ ਹੈ ਬਈ ਹਰੀ ਨੂੰ ਕਿਉਂ ਨਹੀਂ ਸਿਮਰਿਆ ਜਾਵੇ। ਸਾਰਾ ਦਿਨ ਨਾਨਕ ਸਿਮਰਨ ਕਰਦਾ ਹੈ ਹਰੀ ਦਾ, ਪਰਮਾਤਮਾ ਦਾ। ਅਨਿਤਯ ਰਚਨਾ ਨਿਰਮੋਹ ਤੇ। ਇਹ ਜਿਹੜੀ ਨਾਸ਼ ਹੋਣ ਵਾਲੀ ਰਚਨਾ ਹੈ, ਨਾ ਰਹਿਣ ਵਾਲੀ ਰਚਨਾ ਹੈ, ਸੰਸਾਰ ਹੈ, ਜਗਤ ਹੈ, ਇਹ ਤੋਂ ਨਿਰਮੋਹ ਬਣਾ ਦਿੰਦਾ ਹੈ।
यानी माया का मोह हटा दिंदा सिमरन परमात्मा दा। दानंग परा पूर्वेण भुचंते महीपते, पिछले जन्मां दा करिया होया दान राजे ऐस जामे दे विच भोगदे। भुचंते भोगना, महीपते जमीन दे मालक यानी राजे राणे। पिछले जन्मां च करिया होया दान राजे इस युग च भोगदे, इस जामे च भोगदे। साध संगत जी ये भी एक सच्चाई है भी तप ते राज, राज ते नरक। पिछले जामिया च करिया होया करी हुई भगती पुन दान जिहड़ी संसारी तौर ते सानू पहलां तो पता भी इस तरह करते हैं, पर गुरमत दा मत होर है। गुरमत दान दी बजाए सिमरन नू पहल दिंदी है। पंडित ने सानू दान दे मगर लगाया होया बहुत किस्मां दे दान, पर गुरमत ने सानू नाम नाल जोड़िया, सिमरन नाल जोड़िया, जप नाल जोड़िया। पर एक ख्याल चले आ रहा है जगत दे विच भी तप तो राज, राज तो नरक। पिछली करे हुए जिहड़े तप है उन्हां दे नाल राज प्राप्त हुंदा राजियां नूं, ओह संपन्न बनदे ते फिर जदों गलतियां कर बैठदे राज दे विच, जिवें अजकल भी आपां देख ही रहे हैं क्या हो रहा है कि राजे हमेशा ही झूठ भी बोलते हैं, हथियाउंदे भी हैं दूजियां दे जमीनां नूं। इह हुंदा आया और गरीबां दे उपर मार भी पाउने, फिर नरक तैयार हो जाता उन्हां दे खातर। विपरीत बुद्धियां, पुट्ठी बुद्ध वाले मारत लोक है। इस मात लोक दे विच नानक चिरंकाल दुख भोगते, बहुत देर तक फिर दुख भोगते हो जिहड़े पुट्ठी मत वाले हुंदे इस मात लोक विच, जिहड़े रब दा सिमरन नहीं करदे। साध संगत जी एक वेदां दे विच कहावत है, विनाश काले विपरीत बुद्धि। जब किसी का विनाश करना हुंदा परमात्मा ने उहदी बुद्धि नूं विपरीत कर दिंदा। किवें आप जी देख रहे हैं साडा जिहड़ा अज दा समाज है उहदे विच राजे किवें उन्हां दी विपरीत बुद्धि होई। पहलां हरमंदर साहिब ते अटैक होना, हुण किसानां नूं कहना ये भी असीं तुहाडे खातर करदे हां, करना बिल्कुल उल्ट। जिहड़ा कारपोरेट सैक्टर है उन्हां नूं फायदा उठाउण खातर किसानां दे बरखलाफ बिल लियाउणे, पास कराउणे, ये विपरीत बुद्धि की निशानी है और दूजे शब्दां च विनाश की निशानी है। विपरीत बुद्धि, उल्टी मत। साध संगत जीओ ये तो असी अज दी विचार, क्योंकि श्लोक छोटे ही हैं, बाकी कोई होर विचार आएगी, विचार चों विचार निकलती हुंदी है। क्योंकि जब आप विचार करते हैं तो अपने सामने जिहड़ी लिखी हुई कोई भी तुक होंदी है, महावाक हुंदा, आपां उहदी विचार उस तरह करते हैं, पर उहनूं पूरा समुचा सच बनाउण खातर किते ना किते होर तरह की भी विचार आउंदी है गुरबाणी च। जद फिर वो सामने रखते हैं तो सही निर्णय हो जाता भी गुरबाणी का असल सिद्धांत क्या है। तो जिहड़ा दान है पिछले जन्मां च करिया होया, हुण ताईं सानू इसे दे मगर पंडित ने ला रखिया। निरभउ होए भजो भगवान, साध संगत मिल कीनो दान। ये आउट ऑफ प्रसंग लिजा के असीं, क्योंकि साडी बुद्धि च दान बसिया होया, वसाया होया पंडित ने, असीं उसे तरह करन लगे हुए। इत्थे ये तोड़ के नखेड़ के नहीं दान नूं देखना। साध संगत मिल कीनो दान किहदा? निरभउ होए भजो भगवान। पहलां भगवान नूं भजना है, ਉਹਨੂੰ ਸਿਮਰਨਾ ਹੈ, ਫਿਰ ਉਸੇ ਦਾ ਦਾਨ ਸਾਧ ਸੰਗਤ ਦੇ ਨਾਲ ਮਿਲ ਕੇ ਕਰਨਾ। ਇਹ ਦੂਜੇ ਦਾਨ ਦੀ ਇੱਥੇ ਕੋਈ ਗੱਲ ਨਹੀਂ ਹੈ, ਬਲਕਿ ਦੂਜਾ ਦਾਨ ਤਾਂ ਗੁਰਮਤਿ ਵਿੱਚ ਆਪਾਂ ਜਾਣਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਗਭਗ ਹਰ ਇੱਕ ਅੰਗ ਦੇ ਉੱਤੇ ਦਾਨ ਦੀ ਨਿਖੇਧੀ ਆਉਂਦੀ ਹੈ। ਕਾਰਨ ਉਹੀ ਹੈ ਵੀ ਇਹਦੇ ਨਾਲ ਹਉਮੈ ਪੈਦਾ ਹੁੰਦੀ ਹੈ, ਹਉਮੈ ਚੋਂ ਹੀ ਇਹ ਨਿਕਲਦਾ ਹੈ।
ਤੇ ਜਿਹਨੂੰ ਦਿੱਤਾ ਜਾਂਦਾ ਹੈ ਉਹਦੇ ਅੰਦਰ ਹੀਣ ਭਾਵਨਾ, ਇਨਫੀਰੀਅਰਿਟੀ ਕੰਪਲੈਕਸ ਪੈਦਾ ਹੁੰਦਾ ਹੈ। ਦੋਹਾਂ ਪਾਸੇ ਮਾਰੂ ਹੈ ਦਾਨ। ਇਸ ਦਾਨ ਦਾ ਕੋਰਸਪੋਂਡਿੰਗ ਸ਼ਬਦ ਗੁਰੂ ਸਾਹਿਬਾਨ ਨੇ ਸੇਵਾ ਦਿੱਤੀ ਹੈ। ਸੇਵਾ ਕਰੇਗਾ ਬਹੁਤ ਉੱਤਮ ਹੈ, ਕਿਉਂਕਿ ਸੇਵਾ ਨੀਵੇਂ ਭਾਵ ਨਾਲ ਹੁੰਦੀ ਹੈ, ਆਪ ਤੋਂ ਵੱਡੇ ਦੀ ਹੁੰਦੀ ਹੈ। ਦਾਨ ਵਡਿਆਈ 'ਚ ਦਿੱਤਾ ਜਾਂਦਾ, ਆਪਣੇ ਆਪ ਨੂੰ ਬੜਾ ਕਰਦਾ ਬੰਦਾ, ਹੋਰ ਸੋਚਦਾ ਵੀ ਮੈਂ ਬੜਾ ਦਾਨੀ ਹੈ। ਇਸੇ ਕਰਕੇ ਆਵਰ ਕਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮਾਤਮਾ ਦੇ ਭਜਨ ਤੋਂ ਬਿਨਾਂ ਧਰਮਰਾਜ ਬਾਕੀ ਸਾਰੀਆਂ ਕਰਤੂਤਾਂ ਪਰ ਜਮ ਦਾ ਡੰਡ ਲਗਾਉਂਦਾ। ਇਹ ਗੱਲ ਬਹੁਤ ਸਪਸ਼ਟ ਹੈ ਗੁਰਬਾਣੀ 'ਚ ਬਈ ਕੇਵਲ ਔਰ ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ। ਜਿਹੜੀਆਂ ਹੋਰ ਤਰ੍ਹਾਂ ਦੀਆਂ ਸੋਚਾਂ ਤ੍ਰੈ ਗੁਣਾਂ 'ਚ, ਖਾਸ ਕਰਕੇ ਪੰਡਤਾਣੀ ਸੋਚ, ਉਹ ਬਿਲਕੁਲ ਪ੍ਰਵਾਨ ਨਹੀਂ ਹੈ ਗੁਰਮਤਿ 'ਚ। ਕਿਉਂਕਿ ਜਿਹੜੀ ਤ੍ਰੈਗੁਣੀ ਸੋਚ ਹੈ ਉਹ ਹਉਮੈ 'ਚੋਂ ਨਿਕਲਦੀ ਹੈ, ਤਾਂ ਹਉਮੈ ਦੇ ਨਾਲ ਜੁੜਿਆ ਹੋਇਆ ਕੁਛ ਵੀ ਗੁਰਮਤਿ ਪ੍ਰਵਾਨ ਨਹੀਂ ਕਰਦੀ। ਇਹ ਬਹੁਤ ਬੜਾ ਗੁਵਾਰ ਹੈ ਜਿਹੜਾ ਹਉਮੈ ਹੈ। ਹਉਮੈ ਵੱਡਾ ਗੁਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਬੁੱਝ ਨਹੀਂ ਸਕਦਾ ਤੱਤ ਨੂੰ ਬੰਦਾ, ਵੇਦਾਂ ਨੂੰ ਸ਼ਾਸਤਰਾਂ ਨੂੰ ਪੜ੍ਹਦਾ ਹੈ, ਬੁੱਝ ਨਹੀਂ ਸਕਦਾ, ਸਗੋਂ ਉਹਦੇ ਨਾਲ ਹੋਰ ਮੈਲ ਲੱਗ ਜਾਂਦੀ ਹੈ। ਮੈਂ ਗਿਆਨੀ ਹੋ ਗਿਆ, ਮੈਂ ਬੜਾ ਭਾਰੀ ਵਿਖਿਆਨਕਾਰ ਹੋ ਗਿਆ। ਤੋ ਜਿਹੜੀ ਨਿਮਰਤਾ ਹੈ, ਸੇਵਾ ਉਹਦਾ ਪ੍ਰਤੀਕ ਹੈ। ਆਪਣੇ ਆਪ ਨੂੰ ਛੋਟਾ ਕਰਕੇ ਆਪ ਤੋਂ ਵੱਡੇ ਦੀ ਸੇਵਾ ਕਰਨੀ। ਸਾਧ ਸੰਗਤ ਦੀ ਸੇਵਾ ਦਾ ਵੀ ਇਹੀ ਮਤਲਬ ਹੈ, ਜੋੜੇ ਝਾੜਨ ਦਾ ਵੀ ਇਹੀ ਮਕਸਦ ਹੈ ਵੀ ਸਾਡੇ ਅੰਦਰੋਂ ਜੰਗਾਲ ਲੈ ਜਾਏ ਹਉਮੈ ਦਾ, ਵਡਿਆਈ ਦਾ। ਪੱਖਾ ਫੇਰਨਾ ਸੰਗਤ ਦੇ ਉੱਤੇ, ਜੂਠੇ ਭਾਂਡੇ ਮਾਂਜਣੇ, ਹੋਰ ਅਨੇਕ ਪ੍ਰਕਾਰ ਦੀ ਗੁਰੂ ਦੀ ਸੇਵਾ ਕਰਨੀ, ਇਹ ਅਸਲੀ ਦਾਨ ਹੈ। ਦਾਨ ਦਾ ਤਾਂ ਸ਼ਬਦ ਹੀ ਅਸਲ 'ਚ ਸਿੱਖ ਸਾਡੇ ਸਮਾਜ ਦੇ ਵਿੱਚ ਇੱਕ ਵਰਜਿਤ ਸ਼ਬਦ ਹੈ। ਅਸੀਂ ਕਹੀ ਜਾਂਦੇ ਹਾਂ ਕਿਉਂਕਿ ਸਾਨੂੰ ਮਿਲੀ ਹੋਈ ਉੱਧਰੋਂ, ਇਸ ਲੱਖਾਂ ਸਾਲਾਂ ਤੋਂ ਸਾਡੇ ਦਿਮਾਗ 'ਚ ਇਹ ਗੱਲ ਭਰੀ ਗਈ ਹੈ ਦਾਨ ਦੀ। ਅਸਲ ਵਿੱਚ ਸੇਵਾ ਹੋਣੀ ਚਾਹੀਦੀ ਹੈ, ਸ਼ਬਦ ਸੇਵਾ ਹੈ। ਇਸ ਕਰਕੇ ਜਿਹੜਾ ਇਹ ਸ਼ਬਦ ਆ ਰਿਹਾ ਦਾਨੰ ਪਰਾ ਪੂਰਵੇਣ ਭਜੰਤੇ ਮਹੀਪਤੇ, ਇਹ ਉਹਨਾਂ ਦਾ ਖਿਆਲ ਹੈ, ਪੰਡਤਾਣੀ ਸੋਚ ਦਾ ਖਿਆਲ ਹੈ। ਗੁਰੂ ਸਾਹਿਬ ਦੀ ਜਿਹੜੀ 35 ਮਹਾਂਪੁਰਸ਼ਾਂ ਦੀ ਜਿਹੜੀ ਸੋਚ ਹੈ ਗੁਰਬਾਣੀ 'ਚ, ਉਸ ਸਿਮਰਨ ਦੀ, ਪਿਛਲੇ ਜਨਮਾਂ 'ਚ ਕਰਿਆ ਹੋਇਆ ਸਿਮਰਨ, ਜੇ ਤਾਂ ਉਹ ਚੌਥੇ ਪਦ ਨੂੰ ਪ੍ਰਾਪਤ ਹੋ ਜਾਏ ਫਿਰ ਤਾਂ ਆਉਣਾ ਜਾਣਾ ਮਿਟ ਜਾਂਦਾ, 84 ਮਿਟ ਜਾਂਦੀ ਹੈ, ਜਿਉਂਦੇ ਜੀ ਮਿਟ ਜਾਂਦੀ। ਪਰ ਅਗਰ ਉਹ ਸੰਪੂਰਨ ਨਹੀਂ ਵੀ ਹੋਇਆ, ਅਧੂਰਾ ਰਹਿ ਗਿਆ ਕਿਸੇ ਕਾਰਨ, ਲੇਕਿਨ ਕਰਦਾ ਰਿਹਾ ਸਿਮਰਨ ਜਪ, ਤਾਂ ਫਿਰ ਉਹ ਅਗਲੇ ਜਨਮ ਦੇ ਵਿੱਚ ਵਧੀਆ ਇਨਸਾਨ ਬਣ ਕੇ ਪੈਦਾ ਹੁੰਦਾ ਔਰ ਰਾਜੇ ਜਨਕ ਵਰਗਾ ਬਣ ਜਾਂਦਾ। ਇਹ ਜਿਹੜੇ ਦੁਨਿਆਵੀ ਰਾਜੇ ਹੈ ਇਹ ਤਾਂ ਤ੍ਰੈਗੁਣੀ ਹੁੰਦੇ ਆ, ਆਪਣੀ ਕਿਰਤ ਕਰਮ ਕਰਕੇ ਬਣਦੇ ਆ। ਜਿਹੜੀ ਸੇਵਾ ਹੈ ਸਿਮਰਨ ਦੀ, ਸਿਮਰਨ ਔਰ ਸੇਵਾ ਦੋ ਥੰਮ ਹੈ ਸਿੱਖੀ ਦੇ। ਨੀਵਾਂ ਹੋ ਕੇ ਸੇਵਾ ਕਰਨੀ ਤੇ ਸਿਮਰਨ ਪਰਮਾਤਮਾ ਦਾ ਕਰਨਾ, ਉਹਨੂੰ ਯਾਦ ਕਰਨਾ, ਚੇਤਨਾ। ਇਹਦੇ ਨਾਲ ਜੇ ਕੁਛ ਵੀ ਵਾਪਰਨਾ ਹਿਰਦੇ ਦੇ ਵਿੱਚ ਤਾਂ ਹੋਣਾ ਹੈ, ਅਦਰਵਾਈਜ਼ ਨਹੀਂ ਹੋ ਸਕਦਾ। ਦਾਨ ਕਰਨ ਨਾਲ ਨਹੀਂ ਹੋ ਸਕਦਾ ਸਾਧ ਸੰਗਤ ਜੀ, ਇਹ ਤਾਂ ਕਮਿਟਡ ਨਿਸ਼ਚਾ ਹੈ ਗੁਰਬਾਣੀ ਦਾ। ਸੇਵਾ ਨਾਲ ਹੋ ਸਕਦਾ ਹੈ। ਸੇਵਾ ਵੀ ਬਿਨਾਂ ਸਿਮਰਨ ਤੋਂ ਨਹੀਂ। ਪ੍ਰਥਮ ਸਿਮਰਨ ਹੈ, ਸਿਮਰਨ ਕਰਨਾ, ਯਾਦ ਕਰਨਾ ਪਰਮਾਤਮਾ ਨੂੰ, ਤੇ ਉਹਦੇ ਨਾਲ ਜੁੜੀ ਹੋਈ ਹੈ ਸੇਵਾ। ਕਈ ਵਾਰ ਇਸ ਤਰ੍ਹਾਂ ਵੀ ਕਹਿੰਦੇ ਸੁਣਿਆ ਵੀ ਸੇਵਾ ਤੋਂ ਮੇਵਾ ਮਿਲਦਾ ਹੈ। ਭਾਈ ਸੇਵਾ ਤੋਂ ਮੇਵਾ ਤਾਂ ਦੁਨਿਆਵੀ ਤੌਰ ਪਰ ਮਿਲਦਾ ਹੈ। ਜਿਹੜਾ ਮੇਵਾ ਨਾਮ ਵਾਲਾ ਹੈ ਉਹ ਸਿਮਰਨ ਤੋਂ ਬਿਨਾਂ ਨਹੀਂ ਮਿਲ ਸਕਦਾ। ਪਰਮਾਤਮਾ ਦਾ ਸਿਮਰਨ ਮਸਟ ਹੈ ਔਰ ਫਸਟ ਐਂਡ ਫਾਰਮੋਸਟ ਹੈ, ਬਾਕੀ ਸਭ ਕੁਝ ਸੈਕੰਡਰੀ ਹੈ। ਇਸੇ ਸੋਚ ਦੇ ਤਹਿਤ ਅੱਜ ਕੱਲ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ 3 ਸਿੱਖਿਆਵਾਂ ਹੈ, ਪਹਿਲਾਂ ਵੀ ਵਿਚਾਰ ਆਈ ਹੈ, ਉਹਦੇ 'ਚ ਨਾਮ ਜਪਣੇ ਨੂੰ ਪਿੱਛੇ ਲੈ ਗਏ, ਕਿਰਤ ਕਰਨੇ ਨੂੰ ਮੋਹਰੇ ਲਿਆਂਦਾ। ਇਹ ਉਹ ਸੋਚ ਹੈ, ਪਰ ਕੋਈ ਸਬਸਟੀਚਿਊਟ ਨਹੀਂ ਹੈ ਨਾਮ ਜਪਣ ਦਾ ਗੁਰਬਾਣੀ ਅਨੁਸਾਰ। ਦੁਨੀਆ ਜੋ ਮਰਜ਼ੀ ਸੋਚੇ, ਦੁਨੀਆ ਤਾਂ ਤ੍ਰੈ ਗੁਣਾਂ 'ਚ ਸੋਚ ਰਹੀ ਹੈ,
ਗੁਰੂ ਸਾਹਿਬ ਪਰਮ ਪਦ ਚੋਂ ਸੋਚ ਰਹੇ। ਉਸ ਅਵਸਥਾ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਦੂਜੀ ਗੱਲ ਨਹੀਂ ਹੈ ਕੋਈ। ਨਾਮ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਸੇਵਾ ਹੈ ਉਹ ਬਹੁਤ ਉੱਤਮ ਹੈ। ਸੇਵਾ ਕਹਿਣ ਨੂੰ ਤਾਂ ਜਿਹੜੇ ਸਿਆਸੀ ਬੰਦੇ ਇਹ ਵੀ ਕਰਦੇ ਲੋਕਾਂ ਦੀ, ਚਲੋ ਕਿਸੇ ਹੱਦ ਤਾਈਂ ਦੁਨਿਆਵੀ ਤੌਰ ਤੇ ਉਹ ਕਿਸੇ ਬੰਦੇ ਨੂੰ ਪੁਲਿਸ ਚੋਂ ਛੁਡਾ ਦੇਣਾ, ਕਿਸੇ ਨੂੰ ਕੋਈ ਨੌਕਰੀ ਦਵਾ ਦੇਣੀ ਚੰਗੀ ਗੱਲ ਹੈ, ਬੁਰੀ ਗੱਲ ਤਾਂ ਨਹੀਂ ਹੈ, ਪਰ ਇਹ ਤ੍ਰੈਗੁਣੀ ਸੇਵਾ ਹੈ, ਇਹਦਾ ਰੱਬ ਦੇ ਨਾਲ ਕੋਈ ਤਲਕ ਨਹੀਂ ਹੈ। ਪਰਮਾਤਮਾ ਦੇ ਨਾਮ ਜਪ ਕੇ ਉਹਦੇ ਚੋਂ ਨਿਕਲੀ ਹੋਈ ਸੇਵਾ, ਨੀਵੇਂ ਹੋ ਕੇ, ਵੱਡੇ ਹੋ ਕੇ ਨਹੀਂ। ਵੱਡੇ ਹੋ ਕੇ ਤਾਂ ਸੇਵਾ ਹੁੰਦੀ ਉਹ ਨਹੀਂ, ਉਹ ਦਿਖਾਵਾ ਹੁੰਦਾ ਅਸਲ 'ਚ। ਉਹ ਸੇਵਾ ਤਾਂ ਸੱਜਣ ਠੱਗ ਵੀ ਕਰਦਾ ਸੀ ਜਦੋਂ ਉਹ ਅਜੇ ਸੱਜਣ ਨਹੀਂ ਬਣਿਆ ਸੀ। ਆਏ ਗਏ ਨੂੰ ਵਿਸ਼ਰਾਮ ਦੇਣਾ ਔਰ ਰੋਟੀ ਭੋਜਨ ਦੇਣਾ, ਕੱਪੜੇ ਦੇਣੇ, ਲੇਕਿਨ ਰਾਤ ਨੂੰ ਫਿਰ ਕਿਆ ਵਰਤਾਰਾ ਹੁੰਦਾ ਸੀ ਉਹਦਾ, ਵੱਢ ਕੇ ਖੂਹ ਸਿੱਟ ਦੇਣਾ, ਗਹਿਣੇ ਗੱਟੇ ਲਾ ਕੇ। ਤਾਂ ਉਹ ਉਹੀ ਜਿਹੀ ਸੇਵਾ ਜਿਹੜੀ ਉੱਪਰੋਂ ਸੇਵਾ ਦਿਖਦੀ ਹੈ, ਸੇਵਾ ਹੁੰਦੀ ਉਹ ਨਹੀਂ ਅਸਲ 'ਚ। ਉਹ ਤਾਂ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸਿਆਂ ਦਾ ਇੱਕ ਵਰਤਾਰਾ ਹੁੰਦਾ, ਲੋਕਾਂ ਨੂੰ ਉੱਲੂ ਬਣਾਉਣ ਤੱਕ ਮਤਲਬ ਹੁੰਦਾ ਉਹਦਾ। ਤੋ ਸਾਧ ਸੰਗਤ ਜੀਓ, ਵਿਚਾਰ ਕਰਦੇ ਹਾਂ, ਕਿਉਂਕਿ ਅਸਲ ਇਹ ਅਗਾਧ ਬੋਧ ਹੈ। ਅੱਗੇ ਚੱਲ ਕੇ ਇੱਕ ਬਚਨ ਵੀ ਆਊਗਾ ਇਸੇ ਸ਼ਲੋਕਾਂ ਦੇ ਵਿੱਚ ਅੱਗੇ ਚੱਲ ਕੇ, ਗਾਥਾ ਗੂੜ ਅਪਾਰੰਗ ਸਮਝਣਾ ਵਿਰਲਾ ਜਨੇ। ਇਹ ਬਹੁਤ ਗੂੜ ਗਾਥਾ ਹੈ, ਇਹਨੂੰ ਕੋਈ ਵਿਰਲਾ ਹੀ ਸਮਝ ਸਕਦਾ, ਰੇਅਰ ਆਫ ਦਾ ਰੇਅਰੈਸਟ ਸਮਝ ਸਕਦਾ। ਇਹਦੀ ਜਿਹੜੀ ਵਿਚਾਰ ਹੈ ਉਹ ਈਸੋਟੈਰਿਕ ਹੈ, ਐਕਸੋਟੈਰਿਕ ਨਹੀਂ। ਐਕਸੋਟੈਰਿਕ ਨੂੰ ਹਰ ਬੰਦਾ ਸਮਝ ਸਕਦਾ, ਬੁੱਝ ਸਕਦਾ। ਈਸੋਟੈਰਿਕ ਨੂੰ ਬਹੁਤ ਵਿਰਲਾ ਸਮਝ ਸਕਦਾ। ਉਹੀ ਵਿਚਾਰ ਹੈ ਗੁਰੂ ਮਹਾਰਾਜ ਦੀ, ਗਾਥਾ ਗੂੜ ਅਪਾਰੰਗ ਸਮਝਣਾ ਵਿਰਲਾ ਜਨੇ। ਸਾਡੀ ਮੱਤ ਨਹੀਂ ਸਮਝ ਸਕਦੀ ਇਹਨੂੰ, ਕਿਉਂਕਿ ਅਸੀਂ ਦੁਨਿਆਵੀ ਜੀਵ ਹੈ, ਤ੍ਰੈਗੁਣਾ 'ਚ ਫਸੇ ਹੋਏ। ਜਿਹੜੇ ਸੰਤ ਮਹਾਂਪੁਰਸ਼ ਹੈ ਜਿਨ੍ਹਾਂ ਦੀ ਬੁੱਧੀ ਅੰਦਰੋਂ ਉਲਟ ਚੁੱਕੀ ਹੈ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉਂ ਕਰ ਉਲਟੀ ਰੇ, ਸਾਖਤਾਂ ਨਾਲੋਂ ਤੋੜ ਕੇ ਅੰਦਰ ਪ੍ਰੀਤ ਰੱਬ ਦੀ ਪੈ ਗਈ ਹੈ, ਕਿਰਪਾ ਗੁਰੂ ਦੀ ਵਰਤ ਗਈ ਹੈ, ਉਹ ਇਹ ਬਾਤ ਕਹਿ ਰਹੇ, ਫਰਮਾ ਰਹੇ। ਤਾਂ ਉਹਨਾਂ ਦੀ ਬਾਤ ਮੰਨਣੀ ਬਣਦੀ ਹੈ। ਇੱਕ ਹੋਰ ਤਰ੍ਹਾਂ ਵੀ ਦੱਸ ਰਹੇ ਨੇ। ਇੱਕ ਵਾਰੀ ਪਹਿਲਾਂ ਤਾਂ ਦਾਸ ਦੇ ਮਨ 'ਚ ਵੀ ਇਹ ਦਵੰਧ ਹੁੰਦਾ ਸੀ, ਅੱਜ ਤੋਂ 40-50 ਸਾਲ ਪਹਿਲਾਂ, ਛੋਟੀ ਅਵਸਥਾ 'ਚ, ਛੋਟੀ ਉਮਰ 'ਚ। ਹੌਲੀ ਹੌਲੀ ਦੂਰ ਹੋਇਆ ਤੇ ਹੁਣ ਇੱਕ ਦਿਨ ਵਿਚਾਰ ਹੋਈ। ਇੱਕ ਪ੍ਰੋਫੈਸਰ ਸੀ ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਨਾਲ ਵਿਚਾਰ ਹੁੰਦੀ ਰਹੀ। ਉਹ ਮੰਨਦੇ ਨਹੀਂ ਸੀ ਇਸ ਗੱਲ ਨੂੰ, ਲੇਕਿਨ ਜਦੋਂ ਵਿਚਾਰ ਗੁਰਬਾਣੀ ਦੇ ਆਧਾਰਿਤ ਹੋਈ, ਬਈ ਐਂ ਦੱਸੋ ਜੀ, ਜਿਹੜਾ ਕੋਈ ਮਹਾਂਪੁਰਸ਼ ਤਵੀ ਦੇ ਉੱਤੇ ਬੈਠ ਕੇ ਵੀ ਆਪਣੀ ਬਾਤ ਨੂੰ ਕਹਿ ਰਿਹਾ ਹੈ, ਉਹਨਾਂ ਦੀ ਗਲਤ ਗੱਲ ਨਹੀਂ ਮੰਨੀ, ਬਈ ਉਹ ਸਹੀ ਹੈ ਜਾਂ ਸਾਡੀਆਂ ਜਿਹੜੀਆਂ ਘਸੀਆਂ ਪਿੱਟੀਆਂ ਵਿਚਾਰਾਂ ਹੈ ਬੁੱਧੀ ਚੋਂ ਨਿਕਲਦੀਆਂ ਉਹ ਸਹੀ। ਕਹਿੰਦੇ ਜੀ ਇਹ ਤਾਂ ਗੱਲ ਠੀਕ ਹੈ ਵੀ ਉਹ ਆਪਣੇ ਸਿਧਾਂਤ ਤੇ ਡਟੇ ਰਹੇ ਹੈ, ਪਰ ਜੇ ਉਹ ਵੀ ਬਦਲਣਾ ਚਾਹੁੰਦੇ ਤਾਂ ਉਹਨਾਂ ਦੇ ਅੱਗੇ ਵੀ ਆਪਸ਼ਨ ਰੱਖਿਆ ਗਿਆ ਸੀ ਵੀ ਤੁਸੀਂ ਏਦਾਂ ਕਰ ਲਓ, ਤੁਹਾਨੂੰ ਛੱਡ ਦਿੰਦੇ। ਸਾਡੇ ਮੁਹੰਮਦ ਸਾਹਿਬ ਦੀ ਸ਼ਲਾਘਾ ਦੇ ਵਿੱਚ ਕੁਛ ਪਾ ਦਿਓ, ਗੁਰਬਾਣੀ 'ਚ 2-4 ਬਾਤਾਂ, ਸ਼ਲੋਕ ਜਾਂ ਕੋਈ ਵਾਕ ਪਾ ਦਿਓ, ਅਸੀਂ ਤੁਹਾਨੂੰ ਛੱਡ ਦਿੰਦੇ। ਲੇਕਿਨ ਨਹੀਂ, ਉਹਨਾਂ ਨੇ ਡੈਥ ਚੁਣੀ ਵੀ ਜੋ ਤੁਸੀਂ ਕਰਨਾ ਕਰ ਲਓ, ਅਸੀਂ ਗਲਤ ਗੱਲ ਨਹੀਂ ਕਰਨੀ ਹੈ, ਸੱਚ ਹੀ ਕਹਿਣਾ ਹੈ। ਤਾਂ ਉਹਨਾਂ ਦੀ ਗੱਲ ਨੂੰ ਅਗਰ ਅਸੀਂ ਨਾ ਮੰਨੀਏ, ਫਿਰ ਅਸੀਂ ਕਿੱਡੇ ਬੜੇ ਗਲਤ, ਕਿੰਨੇ ਸਾਡਾ ਜਿਹੜਾ ਬੁੱਧੀ ਹੈ, ਦਿਲ ਦਿਮਾਗ ਹੈ, ਕਿੰਨਾ ਗਲਤ ਹੈ। ਇਸੇ ਦੇ ਤਹਿਤ ਫਿਰ ਉਸ ਪ੍ਰੋਫੈਸਰ ਦੀ ਸ਼ੰਕਾ ਦੂਰ ਕੁਛ ਨਾ ਕੋਈ ਹੋ ਗਈ। ਬਾਅਦ ਵਿੱਚ ਫਿਰ ਰਵੱਈਆ ਬਦਲਿਆ। ਇੱਕਦਮ ਤਾਂ ਬਦਲਣਾ ਔਖਾ ਹੁੰਦਾ, ਕਿਉਂਕਿ ਆਫਟਰ ਆਲ ਜਿਹੜਾ ਬੰਦਾ ਮੌਤ ਨੂੰ ਕਬੂਲ ਰਿਹਾ ਆਪਣੇ ਸਿਧਾਂਤ ਦੇ ਖਾਤਰ, ਉਹਦੇ ਪੱਲੇ ਸੱਚਾਈ ਤਾਂ ਹੈ। ਅਸੀਂ ਲੋਕ ਤਾਂ ਇੱਕ ਉਂਗਲੀ ਨਹੀਂ ਰੱਖ ਸਕਦੇ ਤਵੀ ਦੇ ਉੱਤੇ, ਦੇਖ ਲਓ ਰੱਖ ਕੇ ਮੋਮਬੱਤੀ ਪਰ ਇੱਕ ਉਂਗਲੀ ਨਹੀਂ ਰੱਖ ਸਕਦੇ। ਤੇ ਜਿਹਨੇ ਸਰੀਰ ਛਲਣੀ ਕਰਵਾ ਲਿਆ ਛਾਲਿਆਂ ਦੇ ਨਾਲ ਤਵੀ ਤੇ ਬਹਿ ਕੇ, ਉੱਪਰੋਂ ਰੇਤਾ ਗਰਮ, ਉਹਨਾਂ ਦੀ ਬਾਤ ਨੂੰ ਨਾ ਮੰਨਿਆ ਜਾਵੇ, ਫਿਰ ਇਸ ਤੋਂ ਬੜਾ ਕੋਈ ਪਾਪ ਨਹੀਂ ਹੈ।
तो दिओ आज्ञा कोई अपशब्द कोई गलत बयानी का, क्योंकि बुद्धि विपरीत है, निकल जाती है कोई ना कोई गल इस तरह की। दिओ आज्ञा और माफ भी करियो। वाहिगुरू जी का खालसा, वाहिगुरू जी की फतेह। सतनाम श्री वाहिगुरू साहिब जीओ। सतनाम श्री वाहिगुरू साहिब जीओ। बृथा अनुग्रह गोविंद जस सिमरन रिदंतरै। आरोग्यं महारोग्यं विस्मृते करुणामय। वृथा अनुग्रह गोविंद जस्य सिमरन रिदंतरै। आरोग्यं महारोग्यं विस्मृते करुणामय। रमणं केवलं कीर्तनं सुधर्मं देहे धारणै। अमृत नाम नारायण नानक पीबतं संतना तृप्ते। साध संगत जीओ, गुरमुख जनों, वाहिगुरू जी का खालसा, वाहिगुरू जी की फतेह। बृथा पीड़ा नूं कहने, इनू आपां पंजाबी च बिरथा भी बोलते हैं भी मेरी बिरथा सुनी। दोहे अर्थां च आउंदा है, पर संग दे अनुसार इहदा अर्थ हुंदा है बृथा अनुग्रह। अनुग्रह हुंदा एक्स ग्रेशिया, यानी साडे किसी कर्म विशेष करके ना वो मिले, वो सानू ओदी खुशी तो मिले। ओदी मर्जी है दवे ना देवे, ओनू अनुग्रह कहने। एक तो हुंदा ना भी असी ओदा कुछ किसी दा काम करिए, वो साडे उत्ते वसदा, फिर वो सानू कुछ दिंदा है, दान पुण्य करदा साडे वास्ते। वो नहीं, साडा कोई योगदान नहीं, पर फिर भी वो सानू कुछ बख्शे, दैट इज कॉल्ड अनुग्रह। बृथा अनुग्रह गोविंद। परमात्मा दी जिहड़ा अनुग्रह है वो बिरथा विच भी है, बृथा विच भी है। किवें? केत्यां दुख भूख सदमार ए पेदात तेरी दाता। बिरथा नूं पीड़ा नूं भी परमात्मा दी अनुग्रह समझना, ओदी बख्शिश समझना। जस्य सिमरन रिदंतरै, जिहदा सिमरन हिरदे विच हुंदा है, उस महापुरुष ने बृथा नूं भी परमात्मा दी अनुग्रह करके जानिया या जानदा है। आरोग्य महारोग्य बेसिमरते करुणामय। ਜਿਹੜੇ बिल्कुल निरोग भी ਹੁੰਦੇ, कोई रोग नहीं ਹੁੰਦਾ, ਉਹ भी रोगी बन ਜਾਂਦੇ, रोगी ਹੁੰਦੇ ਜਿਹੜੇ परमात्मा ਨੂੰ ਉਸ ਦਿਆਲੂ ਨੂੰ ਭੁੱਲ ਜਾਂਦੇ ਆ, ਉਹਨੂੰ ਸਿਮਰਨ नहीं करते। ਉਹਦਾ बिल्कुल सही बात है बई तंदुरुस्त मनुख भी रोगी है भाई, जे ਉਹਦੇ अंदर परमात्मा ਦਾ ख्याल नहीं है, ਉਹਦਾ सिमरन नहीं है। ਇਹ ਗੁਰਬਾਣੀ ਦਾ ਮਤ ਹੈ, संसारी मत होर है। रमणं केवल कीर्तनं सुधर्मं देह धारण। केवल परमात्मा दा कीर्तन करना। रमणं दे भी कई अर्थ हैं, 8-7 आउंदे डिक्शनरी। रमणन तो भाव है परमात्मा दा सिमरन करना, कीर्तन करना, ਉਹਦੇ अनुसार बोलना। केवल कीर्तन करना। सुधर्मं देह धारण, इस देही धारण का जिहड़ा पवित्र सुंदर धर्म है, जिहड़ी इहदी ड्यूटी है देह धारने दी, वो केवल कीर्तन करन खातर है। हर कीरत साध संगत है, सिर करमन कै कर्म। कहो नानक तिस भयो प्राप्त, जिस पूर्व लिखे काल लैना। ये हर एक नूं नसीब नहीं हुंदी भाई। कीर्तनी कीर्ति जिहड़ी करनी है, कीर्तन करना है, ये हर एक नूं नहीं नसीब हुंदी।
ਜਿਹਦੇ ਪਿਛਲੇ ਕੋਈ ਪੂਰਬਲਾ ਕਰਮ ਹੈ, ਮੱਥੇ ਦੇ ਉੱਤੇ ਲੇਖ ਹੈ, ਉਹੀ ਇਸ ਪਾਸੇ ਲੱਗਦਾ। ਹੁਣ ਇਹਦੇ ਵਿੱਚ ਥੋੜੀ ਜਿਹੀ ਵਿਚਾਰ ਹੋਰ ਵੀ ਅੱਗੇ ਆਉਂਦੀ ਹੈ ਗੁਰਬਾਣੀ 'ਚ ਫਿਰ, ਵੀ ਇੱਕ ਤਾਂ ਪੈਸੇ ਧੇਲੇ ਖਾਤਰ ਕੀਰਤਨ ਕਰਿਆ ਜਾਂਦਾ ਹੈ। ਕੀਰਤਨ ਕਰਨਾ ਕਿਸੇ ਵੀ ਰੂਪ 'ਚ ਠੀਕ ਹੈ, ਕੁਛ ਨਾ ਕੋਈ ਫਾਇਦਾ ਹੁੰਦਾ ਹੈ। ਜਿਹੜਾ ਘੜਾ ਰੋਜ਼ ਖੂਹ ਦੇ ਉੱਤੇ ਜਾਂਦਾ ਹੈ, ਮੌਣ ਪਰ ਰੱਖਦੇ ਉਹਨੂੰ ਉੱਥੇ ਟੋਆ ਜਿਹਾ ਪੈ ਜਾਂਦਾ ਆਪਣੇ ਆਪ ਹੀ। ਤੋ ਇਹਦੀ ਇੱਕ ਸਾਖੀ ਵੀ ਆਉਂਦੀ ਹੈ, 7ਵੇਂ ਪਾਤਸ਼ਾਹ ਦੇ ਨਾਲ ਰਿਲੇਟਡ ਹੈ, ਵੀ ਕੋਈ ਠੀਕਰਾ ਪਿਆ ਸੀ ਪੁਰਾਣਾ ਟੁੱਟਿਆ ਹੋਇਆ ਘੜਾ, ਉਹ ਥਿੰਦਾ ਸੀਗਾ। ਕਿਤੇ ਪਹਿਲਾਂ 150 ਸਾਲ ਜਾਂ 20-30 ਸਾਲ ਪਹਿਲਾਂ ਉਹਦੇ ਵਿੱਚ ਘੀ ਪਾਇਆ ਗਿਆ ਹੋਣਾ, ਉਹ ਫਿਰ ਵੀ ਰਹਿ ਜਾਂਦਾ, ਠੰਡਾ ਹੋ ਜਾਂਦਾ। ਐਸੇ ਤਰੀਕੇ ਨਾਲ ਜਿਹੜਾ ਕੀਰਤਨ ਕਰਨਾ ਹੈ ਤਾਂ ਇਹ ਬਹੁਤ ਵਧੀਆ ਚੀਜ਼ ਹੈ, ਪਰ ਜੇ ਅਸਲੀ ਅਰਥਾਂ ਵਿੱਚ ਕੀਰਤਨ ਦਾ ਫਾਇਦਾ ਉਠਾਉਣਾ ਹੈ ਕਿਸੇ ਨੇ, ਤਾਂ ਉਹ ਨਿਸ਼ਕਾਮ ਕੀਰਤਨ ਹੋਣਾ ਚਾਹੀਦਾ। ਜੇ ਸੋਤਾ ਪੈਸੇ ਵੱਲ ਹੈ, ਉਹ ਕੀਰਤਨ ਫਿਰ ਬਹੁਤਾ ਫਰੂਟਫੁੱਲ ਨਹੀਂ ਹੋ ਸਕਦਾ। ਉਹ ਤਾਂ ਇੱਕ ਜਿਵੇਂ ਦੁਨੀਆਦਾਰੀ ਦੇ ਧੰਦੇ ਆ ਉਸ ਤਰ੍ਹਾਂ ਦਾ ਧੰਦਾ ਬਣ ਜਾਂਦਾ। ਨਿਸ਼ਕਾਮ ਹੋ ਕੇ ਪ੍ਰੀਤ ਨਾਲ ਕੀਰਤਨ ਕਰਨਾ, ਭਾਵੇਂ ਸੁਰੀਲੀ ਆਵਾਜ਼ ਵੀ ਨਾ ਹੋਵੇ ਤਾਂ ਵੀ ਅੰਦਰ ਤੋਂ ਭਿੱਜ ਕੇ ਕਰਨਾ, ਉਹੀ ਸਾਡਾ ਪ੍ਰਯੋਜਨ ਹੈ ਜ਼ਿੰਦਗੀ ਦਾ। ਸੁਧਰਮ ਵਧੀਆ ਧਰਮ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹੀ ਨਿਰਮਲ ਕਰਮ ਹੈ ਵੀ ਅਸੀਂ ਉਹਦਾ ਜਾਪ ਕਰੀਏ, ਉਹਦਾ ਧਿਆਨ ਧਾਰੀਏ, ਉਹਦਾ ਸਿਮਰਨ ਕਰੀਏ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਬਤੰ ਸੰਤ ਨਾ ਤ੍ਰਿਪਯਤੇ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹੀ ਅੰਮ੍ਰਿਤ ਹੈ ਭਾਈ। ਇਹ ਸੈਂਕੜੇ ਹਜ਼ਾਰਾਂ ਜਗ੍ਹਾ ਇਹ ਸ਼ਬਦ ਆਉਂਦਾ ਗੁਰਬਾਣੀ 'ਚ ਵੀ, ਜਿਹੜਾ ਅੰਮ੍ਰਿਤ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਪੀ ਕੇ ਅਮਰ ਹੋ ਜਾਣਾ, ਇਹਦਾ ਭਾਵ ਹੁੰਦਾ। ਇਹ ਅੰਮ੍ਰਿਤ ਨਾਮ ਹੈ ਪਰਮਾਤਮਾ ਦਾ। ਗੁਰਬਾਣੀ ਅੰਮ੍ਰਿਤ ਹੈ, ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਕਈ ਵਾਰ ਸਵਾਲ ਆ ਜਾਂਦਾ ਵੀ ਫਿਰ ਅਸੀਂ ਅੰਮ੍ਰਿਤ ਛਕਦੇ ਹਾਂ, ਉਹ ਕਿਆ ਚੀਜ਼ ਹੈ? ਸਾਧ ਸੰਗਤ ਜੀਓ, ਜਿਹੜਾ ਆਪਾਂ ਅੰਮ੍ਰਿਤ ਛਕਦੇ ਹਾਂ, ਪੁਰਾਣੀਆਂ ਲਿਖਤਾਂ ਦੇ ਵਿੱਚ ਉਹਨੂੰ ਖੰਡੇ ਬਾਟੇ ਦੀ ਪੌਲ ਲਿਖਿਆ ਹੋਇਆ। ਇਹ ਥੋੜ੍ਹੇ ਜਿਹੇ ਚਿਰ ਤੋਂ ਇਹ ਸ਼ਬਦ ਅੰਮ੍ਰਿਤ ਵਿੱਚ ਬਦਲ ਗਿਆ, ਪਰ ਉਹ ਵੀ ਕੋਈ ਗਲਤ ਗੱਲ ਨਹੀਂ, ਅੱਲੋਕਾਰੀ ਗੱਲ ਨਹੀਂ, ਕਿਉਂਕਿ ਇਹ ਜਿਹੜਾ ਤਿਆਰ ਕੀਤਾ ਜਾਂਦਾ ਬਾਟਾ, ਇਹ ਬਾਣੀਆਂ ਪੜ੍ਹ ਕੇ ਹੀ ਕਰਿਆ ਜਾਂਦਾ। ਤੋ ਬਾਣੀ ਦੀ ਜਿਹੜੀ ਕਲਾ ਵਰਤਦੀ ਹੈ, ਨਾ ਦਿਸਦੀ ਹੋਈ ਕਲਾ, ਜਦੋਂ ਧਿਆਨ ਅੱਖਾਂ ਬਾਟੇ ਦੇ ਵਿੱਚ ਗੱਡੀਆਂ ਪਿਆ ਹੁੰਦੀਆਂ ਸਿੰਘਾਂ ਦੀਆਂ, ਪਿਆਰਿਆਂ ਦੀਆਂ, ਉਹ ਪਾਣੀ ਦੇ ਵਿੱਚ ਇੱਕ ਨਾ ਦਿਸਣ ਵਾਲੀ ਕਲਾ ਵਰਤਦੀ ਹੈ। ਇਸ ਕਰਕੇ ਉਹ ਵੀ ਅੰਮ੍ਰਿਤ ਹੈ, ਲੇਕਿਨ ਇਹਨੂੰ ਆਪਾਂ ਜੇ ਦੁਨਿਆਵੀ ਸੈਂਸ ਵਿੱਚ ਲਈਏ ਤਾਂ ਅੰਮ੍ਰਿਤ ਛਕੇ ਹੋਏ ਤਾਂ ਬਹੁਤ ਦੁਨੀਆ, ਲੱਖਾਂ ਦੀ ਗਿਣਤੀ 'ਚ। ਪਰ ਜਿਹੜਾ ਅਸਲੀ ਅੰਮ੍ਰਿਤ ਹੈ, ਅਮਰ ਹੋ ਜਾਣ ਵਾਲਾ, ਨਾਮ ਰਹਿਓ ਸਾਧੂ ਰਹਿਓ ਵਾਲਾ, ਉਹ ਤਾਂ ਤਦ ਹੋਣਾ ਜੇ ਅੰਦਰ ਤੇ ਫਿਰ ਉਹੀ ਜਿਹੜਾ ਸਾਨੂੰ ਪੰਜ ਪਿਆਰੇ ਆਦੇਸ਼ ਕਰਦੇ ਆ, ਉਪਦੇਸ਼ ਕਰਦੇ ਆ, ਉਹਨੂੰ ਆਪਾਂ ਕਮਾਈਏ। ਉਹ ਕਹਿੰਦੇ ਵਾਹਿਗੁਰੂ ਜਪਣਾ, ਹੋਰ ਕੁਛ ਨਹੀਂ ਕਹਿਣਾ। ਤੋ ਜੇ ਵਾਹਿਗੁਰੂ ਜਪਾਂਗੇ ਸਾਰੀ ਉਮਰ ਤਾਂ ਠੀਕ ਹੈ, ਉਹਨਾਂ ਦੀ ਗੱਲ ਵੀ ਮੰਨ ਹੋ ਗਈ ਗੁਰੂ ਦੀ, ਪੰਜ ਪਿਆਰਿਆਂ ਦੇ ਰੂਪ 'ਚ, ਔਰ ਅਸੀਂ ਅਮਰ ਵੀ ਹੋ ਸਕਦੇ ਹਾਂ ਉਹਦੇ ਨਾਲ। ਕਿਉਂਕਿ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ, ਬਾਣੀ ਹੈ ਜਿਹੜੀ ਉਹ ਅੰਮ੍ਰਿਤ ਹੈ। ਸਾਧ ਸੰਗਤ ਜੀ, ਉਹ ਗੁਰਬਾਣੀ ਔਰ ਨਾਮ ਇਹ ਦੋ ਨਹੀਂ ਹੈ, ਇਹ ਪਰਸਨੈਲਿਟੀ ਦਾ ਹੀ ਅੰਤਰ ਹੈ। ਨਾਮ ਤੋਂ ਬਾਣੀ ਆਈ ਹੈ ਨਿਕਲ ਕੇ ਧੁਰ ਚੋਂ, ਤੇ ਬਾਣੀ ਨਾਮ ਦੇ ਨਾਲ ਜੋੜਦੀ ਹੈ। ਗੁਰਬਾਣੀ ਅੰਤਰ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਇਹ ਦੋ ਨਹੀਂ ਹੈ, ਇੱਕੋ ਹੀ ਹੈ। ਬਾਣੀ ਪੜ੍ਹਦਾ ਕੋਈ ਮੁਬਾਰਕ, ਬਾਣੀ ਪੜ੍ਹ ਕੇ ਨਾਮ ਅੰਦਰ ਚੱਲ ਪਿਆ, ਉਹ ਹੋਰ ਵੀ ਮੁਬਾਰਕ। ਸੰਤ ਦਾ ਔਰ ਗੁਰਸਿੱਖ ਦਾ ਇਹ ਵੀ ਇੱਕ ਅੰਤਰ ਹੋ ਜਾਂਦਾ ਹੈ। ਸਿੱਖ ਕੇਵਲ ਬਾਣੀ ਪੜ੍ਹਦਾ ਹੈ, ਅਜੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸੰਤ ਨੂੰ ਨਾਮ ਪ੍ਰਾਪਤ ਹੋ ਜਾਂਦਾ, ਉਹ ਇੱਕ ਸ਼ਬਦ ਤੇ ਆ ਕੇ ਟੇਕ ਕਰ ਲੈਂਦਾ। ਨਕਲ ਹਰ ਚੀਜ਼ ਦੀ ਸੰਸਾਰ ਵਿੱਚ ਚੱਲਦੀ ਹੈ, ਅਸਲ ਦੀ ਨਕਲ ਹੁੰਦੀ ਹੈ। ਕੀਮਤੀ ਚੀਜ਼ ਦੀ ਉਹ ਨਕਲ ਹੁੰਦੀ ਹੈ, ਮਿੱਟੀ ਦੀ ਕਿਆ ਨਕਲ ਹੋਣੀ ਹੈ ਜਿਹਦੀ ਬਹੁਤੀ ਕੀਮਤ ਨਹੀਂ ਹੈ। ਸੋਨੇ ਦੀ ਨਕਲ ਚੱਲਦੀ ਹੈ, ਗਹਿਣੇ ਜਿਹੜੇ ਉਹ ਨਕਲੀ ਬਣਦੇ ਹੈ, ਹੀਰੇ ਮੋਤੀਆਂ ਦੀ ਨਕਲ ਹੁੰਦੀ ਹੈ, ਕੀਮਤੀ ਚੀਜ਼ ਦੀ ਨਕਲ ਹੁੰਦੀ ਹੈ।
ਸੋ ਇਹ ਜਿਹੜਾ ਨਾਮ ਹੈ ਇਹ ਬਹੁਤ ਬੇਸ਼ਕੀਮਤੀ ਹੈ। ਇੱਕ ਸ਼ਬਦ ਪਰ ਗੁਰਬਾਣੀ ਲਿਆਉਂਦੀ ਹੈ ਨਾਮ ਪਰ। ਹੁਣ ਇਹਦੀ ਨਕਲ ਕਿਵੇਂ ਚੱਲੀ ਹੋਈ ਹੈ ਸੰਸਾਰ ਦੇ ਵਿੱਚ, ਇੱਕ ਫਿਰਕਾ ਐਸਾ ਬਣਿਆ ਹੋਇਆ ਪਿਛਲੇ ਸਦੀਆਂ ਤੋਂ, ਜਿਹੜਾ ਇੱਕੋ ਹੀ ਸ਼ਬਦ ਕਹੀ ਜਾਂਦਾ ਹੁੰਦਾ। ਸਾਧਾਂ ਨੂੰ ਦੇਖਿਆ ਅਸੀਂ ਦਰਾਂ ਤੇ ਆਉਨੇ ਮੰਗਦੇ ਫਿਰਦੇ ਹਾਂ, ਅਲੱਖ 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 ਅਲੱਖ, ਲੱਤਾਂ ਵੀ ਨਹੀਂ ਖੜਾਉਂਦੇ, ਲੱਤਾਂ ਇੱਕ ਦੂਜੇ ਖੜੇ ਵੀ ਹਿਲਾਈ ਜਾਂਦੇ ਆ। ਇਹ ਉਹ ਕਰਮ ਹੈ, ਇਹਦੇ ਨਾਲ ਕੋਈ ਤਲਕ ਨਹੀਂ ਹੈ ਪਰਮਾਤਮਾ ਦਾ। ਉਹ ਸਿਰਫ ਮੰਗਣ ਖਾਤਰ ਕਰਦੇ ਆ। ਰੋਟੀਆਂ ਕਾਰਨ ਪੂਰਨ ਤਾਲ, ਜਿਵੇਂ ਨੱਚਦੇ ਟੱਪਦੇ ਰਾਸਾਂ ਪਾਉਂਦੇ ਉਹ ਵੀ ਰੋਟੀਆਂ ਕਰਕੇ ਕਰਦੇ ਆ। ਤਾਂ ਉਹ ਸਾਧ ਵੀ ਅਲੱਖ ਅਲੱਖ ਲੱਖ ਇੱਕ ਸ਼ਬਦ ਪਰ ਆਉਂਦੇ। ਕਬੀਰ ਜੀ ਨੇ ਇਸ ਗੱਲ ਦਾ ਖੰਡਨ ਕਰਿਆ। ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੇ ਲਿਖਾਇਆ। ਜਿਹੜੇ ਇੱਕ ਸ਼ਬਦ ਦਾ ਜਾਪ ਕਰਦੇ ਆ ਬਾਹਰੀ ਤੌਰ ਪਰ, ਅੰਦਰੋਂ ਕੋਈ ਪ੍ਰਤੀਤ ਨਹੀਂ। ਜੇ ਅੰਦਰੋਂ ਪ੍ਰਤੀਤ ਹੋ ਕੇ ਨਾਮ ਪ੍ਰਾਪਤ ਹੋ ਕੇ ਇੱਕ ਸ਼ਬਦ ਪਰ ਆਵੇ ਬੰਦਾ, ਉਹਦੇ ਵਰਗੀ ਤਾਂ ਰੀਸੇ ਕੋਈ ਨਹੀਂ। ਅਸਲੀ ਧਰਮ ਉਹੀ ਹੈ। ਪਰ ਜਿਹੜੇ ਨਕਲ ਕਰਦੇ ਸਿਰਫ ਬਾਹਰ ਤੋਂ, ਜਿਹਦੀ ਹਉਮੈ ਟੁੱਟੀ ਕੋਈ ਨਹੀਂ, ਸਿਰਫ ਮੰਗਣ ਦੇ ਮਕਸਦ ਖਾਤਰ ਰੋਟੀਆਂ ਕਾਰਨ ਉਹ ਇੱਕ ਸ਼ਬਦ ਦਾ ਜਾਪ ਕਰਦੇ ਆ, ਬੋਲਦੇ ਆ। ਜਾਪ ਨਹੀਂ ਹੈ, ਬੋਲਦੇ ਆ। ਉਹਦੀ ਨਿਖੇਧੀ ਹੈ, ਕਿਉਂਕਿ ਉਹਨਾਂ ਦੇ ਉੱਪਰ ਵੀ ਜਮ ਦਾ ਡੰਡ ਲੱਗਣਾ। ਭਾਈ ਕਬੀਰ ਜੀ ਫਰਮਾ ਰਹੇ ਨਾਦੀ ਬੇਦੀ ਸ਼ਬਦੀ ਮੋਨੀ। ਨਾਦਾਂ ਨੂੰ ਸੁਣਨ ਵਾਲੇ ਝੂਠੇ ਧਤੂਰਾ ਪੀ ਕੇ, ਵੇਦਾਂ ਦੀਆਂ ਬਾਹਰਲੀਆਂ ਗਿਆਨ ਕਰਨ ਵਾਲੇ, ਵਿਚਾਰਾਂ ਕਰਨ ਵਾਲੇ, ਜਿਨ ਕੀ ਸੁਤ ਪ੍ਰਭ ਚਰਨਨ ਲਾਗੀ ਤੇ ਵੇਦਨ ਤੇ ਭਏ ਤਿਆਗੀ। ਜਿਨ੍ਹਾਂ ਦੀ ਸੁਤ ਪਰਮਾਤਮਾ ਨਾਲ ਜੁੜ ਜਾਂਦੀ ਹੈ ਉਹ ਵੇਦਾਂ ਦਾ ਤਿਆਗ ਕਰ ਦਿੰਦੇ। ਦੇਖੋ ਕਿੱਡੀ ਬੜੀ ਬਾਤ ਹੈ। 10ਵੇਂ ਪਾਤਸ਼ਾਹ ਦੀ ਤੋਪ ਹੈ। ਕੱਲ ਵੀ ਵਿਚਾਰ ਹੋਈ ਸੀ ਡਿਟੇਲ 'ਚ, ਉਹੀ ਵਿਚਾਰ ਇਹ ਬਈ ਵੇਦਾਂ ਦੇ ਵਿੱਚ ਨਾਮ ਵੀ ਹੈਗਾ ਉੱਤਮ। ਜਿਹੜੇ ਵੇਦਾਂ ਦੇ ਨਾਲ ਜੁੜੇ ਹੋਏ ਉਪਨਿਸ਼ਦ ਹੈ ਉਹਨਾਂ ਵਿੱਚ ਬਹੁਤ ਗਿਆਨ ਹੈ। ਜਿਹੜੇ 4 ਵੇਦ ਹੈ ਜਿਹਨੂੰ ਉਹ ਰੱਬੀ ਕਿਰਤ ਸਮਝਦੇ ਆ, ਗੁਰਬਾਣੀ ਉਹਨੂੰ ਨਹੀਂ ਮੰਨਦੀ ਰੱਬੀ ਕਿਰਤ। ਉਹ ਆਰਡੀਨਰੀ ਰਿਸ਼ੀਆਂ ਦੇ ਲਿਖੇ ਹੋਏ ਆ ਜਿਹੜੇ ਚੌਥੇ ਪਾਤ 'ਚ ਨਹੀਂ ਸੀਗੇ। ਇਹ ਭੇਦ ਹੈ ਗੁਰਬਾਣੀ ਦਾ। ਇਸੀ ਕਰਕੇ ਗੁਰਬਾਣੀ 'ਚ ਫਿਰ ਉਹ ਸ਼ਬਦ ਆਉਂਦੇ ਆ ਬਈ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਬੀਰ ਜੀ ਦਾ ਸ਼ਬਦ ਹੈ। ਵੇਦ ਕਤੇਬ ਨੂੰ ਝੂਠਾ ਕਹਿਣਾ ਨਾਲ ਤਾਂ ਅਸੀਂ ਵੀ ਝੂਠੇ ਬਣਦੇ ਹਾਂ, ਸਾਡਾ ਅੰਦਰ ਸੱਚ ਨਹੀਂ ਹੈ। ਪਰ ਅਗਰ ਵਿਚਾਰ ਵਿੱਚ ਉਹ ਗੱਲ ਨਿਕਲਦੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਫਰਮਾ ਰਹੇ ਹੈ, ਗੁਰੂ ਅਮਰਦਾਸ ਜੀ ਫਰਮਾ ਰਹੇ ਹੈ ਬਈ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰ ਜਿਉਂ ਬੇਤਾ ਲਿਆ। ਨਾਮ ਉੱਤਮ ਹੈਗਾ ਉਪਨਿਸ਼ਦਾਂ ਦੇ ਵਿੱਚ, ਜਿਹਨੂੰ ਵੇਦ ਹੀ ਕਿਹਾ ਜਾਂਦਾ ਹੈ। ਲੇਕਿਨ ਜਿੱਥੇ 4 ਵੇਦਾਂ ਦੀ ਗੱਲ ਆਉਂਦੀ ਹੈ ਉਹਨਾਂ 'ਚ ਨਾਮ ਨਹੀਂ ਹੈ। ਉਹਨਾਂ 'ਚ ਕੇਵਲ ਦੇਵੀ ਦੇਵਤਿਆਂ ਦੀ ਪੂਜਾ ਹੈ। ਸੂਰਜ ਦੇ ਰੂਪ 'ਚ, ਅਗਨੀ ਦੇ ਰੂਪ 'ਚ, ਊਸ਼ਾ ਚੜ੍ਹਦੇ ਸੂਰਜ ਦੀ ਲਾਲੀ ਨੂੰ ਕਹਿੰਦੇ, ਉਹਦੀ ਪੂਜਾ, ਬੋਹੜ ਦੀ ਪੂਜਾ, ਸੱਪ ਦੀ ਪੂਜਾ ਆਦਿਕ। ਇਹਨਾਂ ਦੀ ਪੂਜਾ ਕਰਨ ਦਾ ਵਿਧਾਨ ਹੈ ਵੇਦਾਂ 4 'ਚ। ਔਰ ਜਿਹੜਾ ਅਥਰਵਣ ਵੇਦ ਹੈ ਉਹਦੇ ਵਿੱਚ ਤਾਂ ਟੂਣੇ ਟਾਮਣੀ ਪ੍ਰਧਾਨ ਹੈ, ਜਿਹੜਾ ਕਿ ਡੁਐਲਿਟੀ ਹੈ, ਜਿਹਨੂੰ ਗੁਰਬਾਣੀ ਕੋਈ ਮਾਨਤਾ ਨਹੀਂ ਦਿੰਦੀ ਹੈ। ਸੋ ਇਹ ਫਿਰ ਹੋਈ ਸਮਗਰ ਜਾਂ ਵਿਸਤ੍ਰਿਤ ਜਾਣਕਾਰੀ। ਇੱਕ ਪਾਸਾ ਲੈ ਕੇ ਵੀ ਗੁਰਬਾਣੀ ਕਹਿੰਦੀ ਹੈ ਜੀ ਵੇਦ ਕਤੇਬ ਝੂਠੇ ਨਹੀਂ ਹੈ। ਭਾਈ ਉਹ ਗੱਲ ਵੀ ਠੀਕ ਹੈ। ਜਦੋਂ ਸਾਹਮਣੇ ਆ ਗਈ ਗੱਲ ਬਈ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਬੀਰ ਜੀ ਕਹਿ ਰਹੇ, ਫਰਮਾ ਰਹੇ, ਇਫਤਰਾ ਹੁੰਦਾ ਐਗਜ਼ੈਜੀਰੇਸ਼ਨ, ਵਧਾ ਚੜਾ ਕੇ ਗੱਲ ਨੂੰ ਕਹਿਣਾ। ਇਹਨਾਂ ਨਾਲ ਦਿਲ ਦਾ ਸਹਿਮ ਨਹੀਂ ਜਾਂਦਾ ਕਦੇ ਵੀ, ਯਾਨੀ ਮੁਕਤੀ ਨਹੀਂ ਹੋ ਸਕਦੀ। ਭਰਮ ਦੇ ਨਾਲ ਡੁਐਲਿਟੀ ਹੈ, ਜੇ ਭਰਮ ਨਿਕਲ ਜੇ ਤਾਂ ਮੁਕਤੀ ਹੈ। ਕਬੀਰ ਜੀ ਕਹਿੰਦੇ ਭਰਮ ਨਹੀਂ ਜਾਂਦਾ ਇਹਦੇ ਨਾਲ, ਵੇਦਾਂ ਦੇ ਨਾਲ। ਇਹ ਇਫਤਰਾ ਹੈ, ਐਗਜ਼ੈਜੀਰੇਸ਼ਨ ਹੈ, ਵਧਾ ਚੜਾ ਕੇ ਕਹੀਆਂ ਹੋਈਆਂ ਬਾਤਾਂ। ਸੋ ਚਲੋ ਰਹੋ ਵਿਚਾਰ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਿਅਤੇ। ਇਹ ਜਿਹੜਾ ਅੰਮ੍ਰਿਤ ਨਾਮ ਹੈ, ਪੀਂਦੇ ਪੀਂਦੇ ਸੰਤ ਰੱਜਦੇ ਨਹੀਂ ਕਦੇ ਵੀ। ਹਰ ਵਕਤ ਇਹੀ ਝਾਕ ਰਹਿੰਦੀ ਹੈ ਵੀ ਹੋਰ ਨਾਮ ਮਿਲ ਜਾਏ, ਹੋਰ ਮਿਲ ਜਾਏ, ਹੋਰ ਤ੍ਰਿਪਤੀ ਹੋਵੇ। ਜਿਉਂ ਜਿਉਂ ਨਾਮ ਵੱਧਦਾ ਜਾਂਦਾ ਹੈ, ਨਾਮ ਦੀ ਜਿਹੜੀ ਪਿਆਸ ਹੈ ਉਹ ਵੱਧਦੀ ਜਾਂਦੀ। ਇਹ ਐਸੇ ਦੁਨੀਆਦਾਰੀ 'ਚ ਵੀ ਲਾਗੂ ਹੈ ਗੱਲ। ਜਿਉਂ ਜਿਉਂ ਮਾਇਆ ਵੱਧਦੀ ਜਾਂਦੀ ਹੈ ਤਿਉਂ ਤਿਉਂ ਲਾਲਸਾ ਵੱਧਦੀ ਜਾਂਦੀ। ਆਪਾਂ ਸੋਚਦੇ ਹੋਵਾਂਗੇ ਵੀ ਸ਼ਾਇਦ ਜਿਹੜੇ ਬੜੇ ਬੜੇ ਕਾਰਪੋਰੇਟ ਸੈਕਟਰ ਹੈ, ਬੜੇ ਬੜੇ ਫੈਕਟਰੀਆਂ ਵਾਲੇ ਜਾਂ ਹੋਰ ਇਨ ਵੇ ਕਾਰਪੋਰੇਟ ਨੇ, ਬਈ ਉਹਨਾਂ ਦੀ ਤ੍ਰਿਪਤੀ ਹੋ ਜੂਗੀ। ਨੋ,
20 50 ਫੈਕਟਰੀਆਂ ਫੇਰ ਵੀ ਭੁੱਖੇ ਆ। ਹੁਣ ਕਿਸਾਨਾਂ ਨੂੰ ਹੱਥ ਪਾ ਲਿਆ ਉਹਨਾਂ ਨੇ, ਪ੍ਰੌਕਸੀ ਬਣਾ ਲਈ ਸਰਕਾਰ, ਉਹਨੂੰ ਪੈਸੇ ਦੇ ਦੇ ਕੇ। ਸਾਧ ਸੰਗਤ ਜੀ, ਉਹ ਹੈ ਤਾਂ ਇਹ ਗੱਲ ਬੇਲੋੜੀ, ਪਰ ਕਿਉਂਕਿ ਪ੍ਰਸੰਗ ਚੱਲ ਰਿਹਾ ਹੈ, ਪ੍ਰਸੰਗ ਦੇ ਅਨੁਸਾਰ ਕਿੰਨੇ ਬਿਲੀਅਨ ਡਾਲਰ ਅਡਾਨੀਆਂ ਨੂੰ ਸੌਫਟ ਲੋਨ ਪਰ ਦੇਤਾ ਸਰਕਾਰ ਨੇ, ਔਰ ਕਿੰਨਿਆਂ ਦਾ ਕਰਜ਼ਾ ਮਾਫ ਕਰ ਦਿੱਤਾ, ਕਰੋੜਾਂ ਦੀ ਗਿਣਤੀ 'ਚ, ਕਰੋੜਾਂ ਡਾਲਰਾਂ ਦੀ ਗਿਣਤੀ 'ਚ। ਗਰੀਬਾਂ ਦਾ ਨਹੀਂ ਕਰਨਾ, ਵੱਡਿਆਂ ਦਾ ਕਰਨਾ, ਕਿਉਂਕਿ ਉੱਥੋਂ ਗੱਫਾ ਬਹੁਤ ਪਹਿਲਾਂ ਮਿਲਦਾ ਇਲੈਕਸ਼ਨ 'ਚ। ਕਈ ਹਜ਼ਾਰ ਕਰੋੜ ਇਹ ਕਾਰਪੋਰੇਟ ਵਾਲੇ ਚਲਾਉਂਦੇ ਪਾਰਟੀਆਂ ਨੂੰ, ਸਿਆਸੀ ਪਾਰਟੀਆਂ ਨੂੰ। ਇਸੇ ਕਰਕੇ ਸਿਆਸੀ ਪਾਰਟੀਆਂ ਕਦੇ ਵੀ ਹਿਸਾਬ ਕਿਤਾਬ ਨਹੀਂ ਦਿੰਦੀਆਂ, ਆਪਣਾ ਕਾਨੂੰਨ ਜੁਦਾ ਬਣਾ ਲਿਆ ਇਹਨਾਂ ਨੇ, ਸਾਰੇ ਹੀ ਇਸ ਇਨਵੋਲਵ ਹੈ। ਕੋਈ ਵੀ ਪਾਰਟੀ ਹੋਵੇ, ਸਾਰਿਆਂ ਕੋਲ ਚੰਦਾ ਹੁੰਦਾ। ਚਲੋ ਰਹੋ ਵਿਚਾਰ। ਜਿਹੜੇ ਸਾਧੂ ਜਨ ਹੈ ਉਹ ਅੰਮ੍ਰਿਤ ਨਾਮ ਪੀ ਪੀ ਕੇ ਰੱਜਦੇ ਨਹੀਂ ਭਾਈ, ਤ੍ਰਿਪਤੀ ਨਹੀਂ ਹੁੰਦੀ। ਤ੍ਰਿਪਤੀ ਤਾਂ ਹੁੰਦੀ ਹੈ, ਮਤਲਬ ਉਹਨੂੰ ਹੋਰ ਜ਼ਿਆਦਾ ਵਧਾਉਣੀ ਚਾਹੁੰਦੇ ਹੋ। ਇਹ ਬਾਤ ਹੈ। ਜਿਵੇਂ ਦੁਨੀਆਦਾਰਾਂ ਦੀ ਸੰਸਾਰੀ ਮਾਇਆ ਨਾਲ ਨਹੀਂ ਰੱਜਦੇ, ਉਹਨਾਂ ਦੀ ਭੁੱਖ ਵੱਧਦੀ ਜਾਂਦੀ ਹੈ, ਤਿਉਂ ਜਿਹੜੇ ਸਾਧੂ ਜਨ ਹੈ ਉਹ ਨਾਮ ਦੇ ਨਾਲ ਰੱਜਦੇ ਨਹੀਂ ਭਾਈ। ਉਹ ਤਾਂ ਹੋਰ ਚਾਹੁੰਦੇ ਆ, ਨਾਮ ਦੇ, ਨਾਮ ਬਖਸ਼ਦੇ, ਹੋਰ ਕਿਰਪਾ ਕਰਦੇ, ਔਰ ਅਖੀਰ ਨੂੰ ਉਹਦੇ ਵਿੱਚ ਹੀ ਮਿਲ ਜਾਂਦੇ। ਤੋ ਸਾਧ ਸੰਗਤ ਜੀ, ਵਿਚਾਰ ਕਰਦਿਆਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ, ਕੋਈ ਇੱਕ ਅੱਧੀ ਨਹੀਂ, ਕਿਉਂਕਿ ਸਰਬੱਗ ਦੀ ਵਿਚਾਰ ਕਰਨੀ ਇੱਕ ਅਲਪੱਗ ਬੁੱਧੀ ਖਾਤਰ ਬਹੁਤ ਮੁਸ਼ਕਿਲ ਹੈ। ਕਿਰਪਾ ਹੀ ਕਰ ਦੇਵੇ ਉਹ ਤਾਂ ਥੋੜ੍ਹੀ ਬਹੁਤ ਹੁੰਦੀ ਹੈ, ਅਦਰਵਾਈਜ਼ ਔਖੀ ਹੈ। ਦਿਓ, ਮੁਆਫੀ ਦਿਓ, ਹੋਰ ਕੁਛ ਕਰਿਆ ਨਹੀਂ ਜਾ ਸਕਦਾ, ਕੇਵਲ ਮਾਫੀ ਮੰਗੀ ਜਾ ਸਕਦੀ। ਤੋ ਅਸੀਸ ਵੀ ਦਿਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।